ਕਈ ਕਹਿ ਦਿੰਦੇ ਨੇ ਕਿ ਫਲਾਨੀ ਜਗ੍ਹਾ ਤੋਂ ਦਾਰੂ ਪਵਾਇਓ ਤਾਂ ਵੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ ਉਹਦੇ 'ਚ ਵਾਧਾ ਹੁੰਦਾ ਹੈ। मैं कहूँगी कि ऐसी प्रैक्टिस है जो बिल्कुल नहीं करनी चाहिए। कदे भी किसी कैमिस्ट तो या लोकल कोई भी दवाई पा रहा है वो लैके ना पाओ, ਤੁਹਾਨੂੰ नहीं पता कि ਉਹਦੇ ਵਿੱਚ ਕੀ ਹੈ ਕੀ ਨਹੀਂ। ਔਰ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਅੱਖਾਂ ਹੈ ਜਿਹੜਾ ਇੱਕ ਬਹੁਤ ਸੈਂਸਿਟਿਵ ਅੰਗ ਹੈ, ਇੱਕ ਵਾਰੀ ਉਹਦੇ ਵਿੱਚ ਕੋਈ ਡੈਮੇਜ ਹੋ ਗਿਆ ਤਾਂ ਫਿਰ ਉਹਨੂੰ ਜਿਹੜਾ ਹੈ ਠੀਕ ਕਰਨਾ ਬਹੁਤ ਮੁਸ਼ਕਿਲ ਹੈ। ਜਿੱਦਾਂ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਕਿ ਅੱਖਾਂ ਬਹੁਤ ਜ਼ਿਆਦਾ ਡਰਾਈ ਹੋ ਰਹੀਆਂ ਨੇ, ਉਹਦੇ ਕੀ ਕਾਰਨ ਨੇ? ਆਪਾਂ ਇੱਕ ਤਾਂ ਅੱਖਾਂ ਦੀਆਂ ਪਲਕਾਂ ਨੂੰ ਝਪਕਾਉਂਦੇ ਬਹੁਤ ਘੱਟ ਹੈ, ਜਿਹੜਾ ਕਿ ਅੱਖਾਂ ਨੂੰ ਨਮੀ ਦੇਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਦੂਸਰਾ ਹੈ ਆਪਾਂ ਕੰਟੀਨਿਊਸਲੀ ਸਟੇਅਰ ਕਰਦੇ ਰਹਿੰਦੇ ਹਾਂ ਤੇ ਅੱਖਾਂ ਡਰਾਈ ਅਪ ਬਹੁਤ ਜਲਦੀ ਹੁੰਦੀਆਂ ਨੇ। ਗਵਾਂਢਣੀ ਕਿਵੇਂ ਹੋ ਜਾਂਦੀ ਹੈ ਔਰ ਕਿਵੇਂ ਜਿਹੜਾ ਇਹਨਾਂ ਦਾ ਇਲਾਜ ਜਿਹੜਾ ਕਰਵਾਇਆ ਜਾ ਸਕਦਾ? ਕਈ ਵਾਰ ਤੁਸੀਂ ਦੇਖਿਆ ਹੋਣਾ ਲੋਕ ਟ੍ਰੀਟਮੈਂਟ ਨਹੀਂ ਲੈਂਦੇ, ਹਾਂ, ਜਾਂ ਸਿੰਦੂਰ ਵਗੈਰਾ ਕਾਫੀ ਟ੍ਰੈਂਡ ਹੈਗਾ ਉਹ ਲਗਾ ਲੈਂਦੇ ਹੈ। ਬਟ ਇਸ ਤਰ੍ਹਾਂ ਦੀ ਪ੍ਰੈਕਟਿਸਿਸ ਨਾਲੋਂ ਡਾਕਟਰ ਕੋਲ ਜਾ ਕੇ ਇਹਦਾ ਪ੍ਰੋਪਰ ਟ੍ਰੀਟਮੈਂਟ ਲੈਣਾ ਚਾਹੀਦਾ, ਕਿਉਂਕਿ ਜੇ ਆਪਾਂ ਪ੍ਰੋਪਰ ਟ੍ਰੀਟਮੈਂਟ ਨਹੀਂ ਲੈਂਦੇ ਤਾਂ ਇਹ ਬਾਰ-ਬਾਰ ਹੁੰਦੀ ਰਹਿੰਦੀ ਹੈ। ਸੋ ਚਿੱਟੇ ਮੋਤੀਆ ਜਿਹੜਾ ਹੈ ਉਹ ਕਿਵੇਂ ਮਤਲਬ ਉੱਤਰ ਆਉਂਦਾ ਤੇ ਉਹਦਾ ਇਲਾਜ ਕੀ ਵਾਕਈ ਆਪਰੇਸ਼ਨ ਹੀ ਹੈ? ਇਹਦਾ ਕੋਈ ਵੀ ਰੀਜ਼ਨ ਨਹੀਂ ਹੈ। ਜਿਵੇਂ ਉਮਰ ਦੇ ਨਾਲ ਆਪਣੇ ਬਾਲ ਸਫੇਦ ਹੋ ਜਾਂਦੇ ਹੈ, ਬਹੁਤ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹੈ, ਉਸੇ ਤਰ੍ਹਾਂ ਜਿਹੜੀ ਆਪਣੀ ਅੱਖ ਦਾ ਲੈਂਸ ਹੈ ਉਹ ਧੁੰਦਲਾ ਪੈ ਜਾਂਦਾ ਹੈ। ਔਰ ਇਹਦਾ ਇਲਾਜ ਜਿਹੜਾ ਹੈ ਇੱਕ ਪਾਰਟਿਕੂਲਰ ਸਟੇਜ ਤੋਂ ਬਾਅਦ ਆਪਰੇਸ਼ਨ ਨਹੀਂ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਹਰ ਇੱਕ ਇੰਡੀਵਿਜੂਅਲ ਨੂੰ ਕਿ 40 ਦੀ ਉਮਰ ਤੋਂ ਬਾਅਦ ਇੱਕ ਵਾਰੀ ਡਾਕਟਰ ਕੋਲ ਜਾ ਕੇ ਆਪਦਾ ਪ੍ਰੋਪਰ ਆਈ ਚੈੱਕਅਪ ਜ਼ਰੂਰ ਕਰਾਓ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਸਾਨੂੰ ਸਭ ਕੁਝ ਦੇਖਣਾ ਬਹੁਤ ਪਸੰਦ ਹੈ, ਰੰਗੀਨ ਜਾਂ ਫਿਰ ਕੁਦਰਤ ਦੇ ਨਜ਼ਾਰੇ, ਅਸੀਂ ਸਭ ਕੁਝ ਦੇਖਣਾ ਬਹੁਤ ਪਸੰਦ ਕਰਦੇ ਹਾਂ। ਪਰ ਕੀ ਅਸੀਂ ਆਪਣੀਆਂ ਅੱਖਾਂ ਦਾ ਇੰਨਾ ਧਿਆਨ ਰੱਖਦੇ ਹਾਂ ਜੋ ਸਾਨੂੰ ਸਭ ਕੁਝ ਦਿਖਾਉਂਦੀਆਂ ਨੇ? ਸੋ ਅੱਖਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਯਸ਼ੀ ਬੰਸਲ ਹੋਣਾ ਕੋ। ਆਓ ਉਹਨਾਂ ਦਾ ਸਵਾਗਤ ਕਰ ਲੈਣਾ। ਬਹੁਤ ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਅਮਨ। ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ, ਹਾਏ, ਹੈਲੋ। ਔਰ ਮੈਂ ਉਮੀਦ ਕਰਦੀ ਹਾਂ ਕਿ ਇਸ ਜਾਣਕਾਰੀ ਤੋਂ ਬਾਅਦ ਸਾਡੇ ਦਰਸ਼ਕ ਜਿਹੜੇ ਆਪਦੀਆਂ ਅੱਖਾਂ ਦੀ ਸੰਭਾਲ ਇੱਕ ਬਿਹਤਰ ਢੰਗ ਨਾਲ ਕਰ ਪਾਉਣਗੇ। ਜੀ ਅੱਛਾ ਡਾਕਟਰ ਸਾਹਿਬ, ਸ਼ੁਰੂਆਤ ਕਰ ਲੈਂਦੇ ਹਾਂ। ਅੱਖਾਂ ਦੀ ਗੱਲ ਹੋਈ ਹੈ ਤਾਂ ਅੱਖਾਂ ਦੀ ਰੌਸ਼ਨੀ ਜੋ ਸਾਨੂੰ ਸਭ ਦਿਖਾਉਂਦੀ ਹੈ ਉਸ 'ਤੇ ਗੱਲ ਕਰ ਲੈਂਦੇ ਹਾਂ। ਸੋ ਕਾਮਨ ਹੈ ਅੱਖਾਂ ਦੀ ਰੌਸ਼ਨੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਐਵੇਂ ਕਿਉਂ ਹੁੰਦਾ ਹੈ ਔਰ ਅੱਖਾਂ ਦੀ ਰੌਸ਼ਨੀ ਦਾ ਕਿਵੇਂ ਖਾਸ ਜਿਹੜਾ ਧਿਆਨ ਅਸੀਂ ਰੱਖ ਸਕਦੇ ਹਾਂ? ਅੱਖਾਂ ਦੀ ਰੌਸ਼ਨੀ ਘਟਣ ਦਾ ਕਾਰਨ ਕਈ ਵਾਰ ਹੁੰਦਾ ਹੈ, ਜਿਵੇਂ ਤੁਸੀਂ ਦੇਖਿਆ ਹੋਵੇਗਾ ਪੇਰੈਂਟਸ ਨੂੰ ਚਸ਼ਮਾ ਹੁੰਦਾ ਹੈ ਤਾਂ ਉਸ ਕੇਸ 'ਚ ਬੱਚਿਆਂ ਨੂੰ ਚਸ਼ਮਾ ਆਉਣ ਦੇ ਚਾਂਸਸ ਹੁੰਦੇ ਹੈ। ਦੂਸਰਾ ਅੱਖਾਂ ਦੀ ਰੌਸ਼ਨੀ ਘਟਣ ਦਾ ਕਾਰਨ ਹੈ ਮੋਬਾਈਲ ਦੀ ਜ਼ਿਆਦਾ ਵਰਤੋਂ, ਟੀਵੀ ਜ਼ਿਆਦਾ ਦੇਖਣਾ ਜਾਂ ਬਾਹਰ ਘੱਟ ਖੇਡਣਾ। ਸੋ ਇਸ ਲਈ ਅੱਜ ਕੱਲ੍ਹ ਦਾ ਜਿਵੇਂ ਲਾਈਫ ਸਟਾਈਲ ਹੋ ਗਿਆ ਹੈ ਜਿਹਦੇ ਵਿੱਚ ਮੋਬਾਈਲ ਦੀ, ਲੈਪਟਾਪ ਦੀ, ਟੈਬਲੇਟਸ ਦੀ ਵਰਤੋਂ ਬਹੁਤ ਜ਼ਿਆਦਾ ਹੋ ਗਈ ਹੈ, ਬੱਚੇ ਬਾਹਰ ਬਹੁਤ ਘੱਟ ਖੇਡਣ ਲੱਗ ਗਏ ਹੈ। ਇਸ ਲਈ ਜਿਹੜਾ ਹੈ ਇਹ ਸਭ ਚੀਜ਼ਾਂ ਅੱਖਾਂ ਦੀ ਰੌਸ਼ਨੀ 'ਤੇ ਬਹੁਤ ਅਸਰ ਪਾਉਂਦੀਆਂ ਨੇ। ਸਾਨੂੰ ਬੱਚਿਆਂ ਨੂੰ ਇਸ ਚੀਜ਼ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਜਿਹੜਾ ਹੈ ਬਾਹਰ ਐਟਲੀਸਟ ਦਿਨ 'ਚ 2 ਘੰਟੇ ਬਾਹਰ ਖੇਡਣ, ਕਿਉਂਕਿ ਜਿਹੜੀ ਸੂਰਜ ਦੀ ਰੌਸ਼ਨੀ ਹੈ ਉਹ ਅੱਖਾਂ ਲਈ ਬਹੁਤ ਅੱਛੀ ਹੈ ਔਰ ਉਹ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦੀ ਹੈ। ਜੀ ਅੱਛਾ ਡਾਕਟਰ ਸਾਹਿਬ, ਗੱਲ ਕਰੀਏ ਜਿੱਦਾਂ ਅੱਖਾਂ ਦੀ ਰੌਸ਼ਨੀ ਦੀ ਗੱਲ ਕੀਤੀ ਅਸੀਂ, ਹੈ ਨਾ, ਕਿ ਸੂਰਜ ਦੀ ਰੌਸ਼ਨੀ ਅੱਖਾਂ ਨੂੰ ਬਚਾਉਂਦੀ ਹੈ। ਪਰ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਚਸ਼ਮਾ ਲੱਗਾ ਹੁੰਦਾ, ਚਸ਼ਮਾ ਲੱਗੇ ਸਾਡੀ ਰੌਸ਼ਨੀ ਜਿਹੜੀ ਹੈ ਨਾ ਘਟਦੀ ਰਹਿੰਦੀ ਹੈ। ਇਹਦੇ ਕੀ ਕਾਰਨ ਹੋ ਸਕਦੇ ਨੇ? ਕਿਵੇਂ ਜਿਹੜਾ ਹੈ ਇਸ ਤੋਂ ਵੀ ਬਚਿਆ ਜਾ ਸਕਦਾ ਹੈ? ਇਹ ਤੁਸੀਂ ਇੱਕ ਬਹੁਤ ਵਧੀਆ ਮੈਂ ਕਹੂੰਗੀ ਸਵਾਲ ਪੁੱਛਿਆ, ਕਿਉਂਕਿ ਜਦੋਂ ਵੀ ਜਿਵੇਂ ਕਿਸੇ ਦੇ ਵੀ ਚਸ਼ਮਾ ਲੱਗਦਾ ਉਹਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੇਰਾ ਚਸ਼ਮਾ ਉਤਰ ਜਾਏਗਾ ਜਾਂ ਇਹ ਨੰਬਰ ਤਾਂ ਨਹੀਂ ਵਧੇਗਾ। ਸੋ ਇਹ ਮੈਂ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਦੋਂ ਆਪਾਂ ਨੂੰ ਚਸ਼ਮਾ ਲੱਗਦਾ ਹੈ 18-20 ਸਾਲ ਤੱਕ ਉਹਦੇ ਆਸਾਰ ਹੁੰਦੇ ਹੈ ਕਿ ਇਹ ਨੰਬਰ ਜਿਹੜਾ ਹੈ ਤੁਹਾਡਾ ਵੱਧ ਸਕਦਾ ਹੈ। ਜਿਵੇਂ ਆਪਣੀ ਗਰੋਥ ਹੁੰਦੀ ਹੈ, ਕੱਦ ਵੱਧਦਾ ਹੈ ਬੱਚੇ ਦਾ, ਉਸੇ ਤਰ੍ਹਾਂ ਅੱਖਾਂ ਦੀ ਵੀ ਗਰੋਥ ਹੁੰਦੀ ਹੈ। ਸੋ ਉਸ ਗਰੋਥ ਦੇ ਨਾਲ ਜਿਹੜਾ ਨੰਬਰ ਹੈ ਉਹਦਾ ਫਰਕ ਪੈ ਸਕਦਾ ਹੈ ਔਰ ਯੂਜਲੀ ਜਿਹੜਾ ਹੈਗਾ ਹੈ ਉਹ ਵੱਧਦਾ ਹੈ। ਹੋ ਸਕਦਾ ਹੈ ਉਹ ਨਾ ਵੀ ਵਧੇ, ਬਟ ਜਿਹੜਾ ਜਿੰਨਾ ਨੰਬਰ ਇੱਕ ਵਾਰੀ ਆ ਗਿਆ ਉਹ ਕੱਟਣਾ ਬਹੁਤ ਮੁਸ਼ਕਿਲ ਹੈ। ਕਈ ਵਾਰ ਇਸ ਚੱਕਰ 'ਚ ਤੁਸੀਂ ਦੇਖਿਆ ਹੋਣਾ ਹੈ ਕਿਤੋਂ ਦਵਾਈਆਂ ਲੈ ਕੇ ਲੋਕ ਪਾਉਂਦੇ ਹੈ ਜਾਂ ਕੋਈ ਦੇਸੀ ਦਵਾਈਆਂ ਲੈਂਦੇ ਹੈ। ਸੋ ਇਹ ਸਭ ਆਪਾਂ ਨੂੰ ਨਹੀਂ ਕਰਨਾ ਚਾਹੀਦਾ, ਬਿਕੋਜ਼ ਇੱਕ ਵਾਰੀ ਜੇ ਨੰਬਰ ਆ ਗਿਆ ਹੈ ਤਾਂ ਉਹਦਾ ਕੋਈ ਤਰੀਕਾ ਨਹੀਂ ਹੈ ਕਿ ਉਹਨੂੰ ਖਤਮ ਕੀਤਾ ਜਾ ਸਕੇ। ਅੱਛਾ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਕਈਆਂ ਤੋਂ ਦਵਾਈਆਂ ਪਵਾਉਂਦੇ ਆ, ਵਹਿਮ ਭਰਮ ਦੇ ਵਿੱਚ ਵੀ ਲੋਕੀ ਜਲਦੀ ਪੈ ਜਾਂਦੇ ਨੇ, ਹੈ ਨਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਘਰੇਲੂ ਨੁਸਖੇ ਜਿਹੜੇ ਨੇ ਉਹ ਵੀ ਸਾਂਝੇ ਕੀਤੇ ਜਾਂਦੇ ਨੇ ਕਿ ਅੱਖਾਂ ਦੀ ਰੌਸ਼ਨੀ ਜਿਹੜੀ ਕਿਵੇਂ ਵਧਾਈ ਜਾ ਸਕਦੀ ਹੈ, ਜਾਂ ਫਿਰ ਕਈ ਕਹਿ ਦਿੰਦੇ ਨੇ ਕਿ ਫਲਾਨੀ ਜਗ੍ਹਾ ਤੋਂ ਦਾਰੂ ਪਵਾਇਓ ਤਾਂ ਵੀ ਜਿਹੜੀ ਅੱਖਾਂ ਦੀ ਰੌਸ਼ਨੀ ਹੈ ਉਹਦੇ 'ਚ ਵਾਧਾ ਹੁੰਦਾ। ਸੋ ਕਿਵੇਂ ਦੇਖਦੇ ਹੋ ਜਿਹੜੀ ਦਾਰੂ ਹੁੰਦੇ ਨੇ ਜਾਂ ਫਿਰ ਕਹਿ ਲਓ ਵੀ ਡ੍ਰੌਪਸ ਹੁੰਦੀਆਂ ਨੇ, ਡਾਕਟਰ ਨਾਲ ਕੰਸਲਟ ਕਰਕੇ ਹੀ ਲੈਣੀਆਂ ਚਾਹੀਦੀਆਂ? ਕਿਉਂਕਿ ਕਈ ਨਾਰਮਲ ਮੈਡੀਕਲ ਸਟੋਰਸ ਤੋਂ ਲੈ ਆਉਂਦੇ ਨੇ ਕਿ ਇਨਫੈਕਸ਼ਨ ਹੋ ਗਈ ਜੀ, ਸਾਨੂੰ ਜਿਹੜੇ ਆਈ ਡ੍ਰੌਪ ਹੈ ਉਹ ਦੇ ਦਿਓ।
ਬਿਲਕੁਲ, ਇਹ ਇੱਕ ਬਹੁਤ ਮੈਂ ਕਹੂੰਗੀ ਕਿ ਐਸੀ ਪ੍ਰੈਕਟਿਸ ਹੈ ਜੋ ਬਿਲਕੁਲ ਨਹੀਂ ਕਰਨੀ ਚਾਹੀਦੀ। ਕੋਈ ਵੀ ਤੁਹਾਨੂੰ ਅੱਖਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਪਲੀਜ਼ ਇੱਕ ਸਪੈਸ਼ਲਿਸਟ ਆਈ ਡਾਕਟਰ ਨੂੰ ਕੰਸਲਟ ਕਰੋ। ਕਦੇ ਵੀ ਕਿਸੇ ਕੈਮਿਸਟ ਤੋਂ ਜਾਂ ਲੋਕਲ ਕੋਈ ਵੀ ਦਵਾਈ ਪਾ ਰਿਹਾ ਉਹ ਲੈ ਕੇ ਨਾ ਪਾਓ। ਤੁਹਾਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਹੈ ਕੀ ਨਹੀਂ। ਔਰ ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਅੱਖਾਂ ਹੈ ਜਿਹੜਾ ਇੱਕ ਬਹੁਤ ਸੈਂਸਿਟਿਵ ਅੰਗ ਹੈ। ਇੱਕ ਵਾਰੀ ਉਹਦੇ ਵਿੱਚ ਕੋਈ ਡੈਮੇਜ ਹੋ ਗਿਆ ਤਾਂ ਫਿਰ ਉਹਨੂੰ ਜਿਹੜਾ ਹੈ ਠੀਕ ਕਰਨਾ ਬਹੁਤ ਮੁਸ਼ਕਿਲ ਹੈ। ਹਾਂ ਅੱਛਾ ਡਾਕਟਰ ਸਾਹਿਬ, ਸੀਜ਼ਨ ਦੇ ਹਿਸਾਬ ਦੇ ਨਾਲ ਸਾਡੀਆਂ ਅੱਖਾਂ 'ਤੇ ਵੀ ਪ੍ਰਭਾਵ ਪੈਂਦਾ ਹੈ ਨਾ। ਜਿੱਦਾਂ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਕਿ ਅੱਖਾਂ ਬਹੁਤ ਜ਼ਿਆਦਾ ਡਰਾਈ ਹੋ ਰਹੀਆਂ ਨੇ, ਉਹਦੇ ਕੀ ਕਾਰਨ ਨੇ ਔਰ ਕਿਵੇਂ ਜਿਹੜਾ ਹੈ ਡਰਾਈਨੈਸ ਤੋਂ ਬਚਿਆ ਜਾ ਸਕਦਾ ਹੈ? ਅੱਖਾਂ ਡਰਾਈ ਹੋਣ ਦੇ 2-3 ਕਾਰਨ ਹੈ। ਇੱਕ ਹੈਗਾ ਆਪਣਾ ਐਨਵਾਇਰਨਮੈਂਟ, ਜਿਹਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੈ। ਦੂਸਰਾ ਆਪਣਾ ਲਾਈਫ ਸਟਾਈਲ ਹੈ, ਜਿਵੇਂ ਆਪਾਂ ਏਸੀਜ਼ ਦੇ ਵਿੱਚ ਰਹਿੰਦੇ ਹਾਂ। ਡਿਜੀਟਲ ਡਿਵਾਈਸਿਸ 'ਤੇ ਆਪਣੀ ਡਿਪੈਂਡੈਂਸ ਬਹੁਤ ਜ਼ਿਆਦਾ ਹੈ, ਜਿਵੇਂ ਫ਼ੋਨ ਹੋ ਗਿਆ, ਟੇਬਲੇਟ ਹੋ ਗਈ, ਲੈਪਟਾਪ ਹੋ ਗਿਆ। ਸਪੈਸ਼ਲੀ ਕੋਵਿਡ ਟਾਈਮ ਸਾਰਿਆਂ ਨੇ ਦੇਖਿਆ ਹੋਣਾ ਹੈ, ਸਾਰਾ ਕੰਮ ਔਨਲਾਈਨ ਹੋ ਗਿਆ ਸੀ। ਬੱਚੇ ਔਨਲਾਈਨ ਕੰਮ ਕਰਨ ਲੱਗ ਗਏ ਸੀ, ਜਿਹੜੇ ਵੀ ਬਿਜ਼ਨਸ ਹੈ ਉਹ ਔਨਲਾਈਨ ਹੋ ਗਏ ਸੀਗੇ। ਸੋ ਸਭ ਲੋਕਾਂ ਦੀ ਡਿਜੀਟਲ ਡਿਵਾਈਸਿਸ 'ਤੇ ਡਿਪੈਂਡੈਂਸ ਬਹੁਤ ਜ਼ਿਆਦਾ ਹੋ ਗਈ ਸੀ। ਸੋ ਇਹ ਸਭ ਜਦੋਂ ਵੀ ਆਪਾਂ ਕਿਸੇ ਡਿਜੀਟਲ ਡਿਵਾਈਸ 'ਤੇ ਏਸੀ ਦੇ ਵਿੱਚ ਬੈਠ ਕੇ ਕੰਮ ਕਰਦੇ ਹਾਂ, ਆਪਾਂ ਇੱਕ ਤਾਂ ਅੱਖਾਂ ਦੀਆਂ ਪਲਕਾਂ ਨੂੰ ਝਪਕਾਉਂਦੇ ਬਹੁਤ ਘੱਟ ਹੈ, ਜਿਹੜਾ ਕਿ ਅੱਖਾਂ ਨੂੰ ਨਮੀ ਦੇਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਦੂਸਰਾ ਹੈ, ਆਪਾਂ ਕੰਟੀਨਿਊਸਲੀ ਸਟੇਅਰ ਕਰਦੇ ਰਹਿੰਦੇ ਹਾਂ ਅਤੇ ਅੱਖਾਂ ਡਰਾਈ ਅਪ ਬਹੁਤ ਜਲਦੀ ਹੁੰਦੀਆਂ ਨੇ। ਸੋ ਇਹ ਮੇਨ ਕਾਰਨ ਹੈਗੇ ਆ ਅੱਜ ਕੱਲ੍ਹ ਦੇ ਲਾਈਫ ਸਟਾਈਲ ਅਤੇ ਐਨਵਾਇਰਨਮੈਂਟ ਨੂੰ ਲੈ ਕੇ, ਕਿ ਜਿਹੜਾ ਅੱਖਾਂ ਦੀ ਡਰਾਈਨੈਸ ਦੀ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਅੱਛਾ ਡਾਕਟਰ ਸਾਹਿਬ, ਜੇਕਰ ਗੱਲ ਕਰੀਏ ਤਾਂ ਕਈਆਂ ਦੇ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਹੈ, ਸੋ ਕਈਆਂ ਨੂੰ ਇਹ ਵੀ ਦਿੱਕਤ ਹੁੰਦੀ ਆ। ਸੋ ਸਰਦੀਆਂ ਦੇ ਵਿੱਚ, ਗਰਮੀਆਂ ਹੋਣ ਚਾਹੇ ਸਰਦੀਆਂ ਹੋਣ, ਪਾਣੀ ਜਿਹੜਾ ਉਹ ਵਗਦਾ ਰਹਿੰਦਾ, ਜਿਹਦੇ ਕਾਰਨ ਉਹ ਕਾਫੀ ਪਰੇਸ਼ਾਨੀਆਂ ਵੀ ਜਿਹੜਾ ਉਹ ਝੇਲਦੇ ਨੇ। ਅੱਖਾਂ 'ਚੋਂ ਪਾਣੀ ਜੇ ਤੁਹਾਡੇ ਆ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਆਈ ਚੈੱਕਅਪ ਕਰਾਉਣਾ ਜ਼ਰੂਰੀ ਹੈ ਕਿ ਕਿਤੇ ਨਿਗਾਹ ਤਾਂ ਕਮਜ਼ੋਰ ਨਹੀਂ ਹੈ, ਜਿਹਦੇ ਕਰਕੇ ਤੁਹਾਡੀਆਂ ਅੱਖਾਂ 'ਤੇ ਕਿਸੇ ਤਰ੍ਹਾਂ ਦਾ ਸਟ੍ਰੇਨ ਪੈ ਰਿਹਾ ਹੈ, ਉਹਦੇ ਕਰਕੇ ਅੱਖਾਂ 'ਚੋਂ ਪਾਣੀ ਆ ਸਕਦਾ ਹੈ। ਸੈਕਿੰਡ ਮੇਨ ਇਹਦਾ ਰੀਜ਼ਨ ਹੈਗਾ ਐਲਰਜੀ ਅੱਖਾਂ ਦੀ। ਜੇ ਅੱਖਾਂ ਦੀ ਐਲਰਜੀ ਹੈਗੀ ਹੈ ਤੁਹਾਨੂੰ, ਤਾਂ ਉਸ ਕੇਸ 'ਚ ਵੀ ਖਾਰਿਸ਼ ਦੇ ਨਾਲ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਆ ਸਕਦਾ ਹੈ। ਤੀਸਰਾ ਰੀਜ਼ਨ ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਡਰਾਈਨੈਸ ਦਾ ਹੈ। ਜੇ ਅੱਖਾਂ ਡਰਾਈ ਹੈ ਤਾਂ ਉਸ ਡਰਾਈਨੈਸ ਨੂੰ ਕਵਰ ਅਪ ਕਰਨ ਲਈ ਵੀ ਅੱਖਾਂ 'ਚੋਂ ਪਾਣੀ ਆਏਗਾ। ਸੋ ਇਨ ਐਨੀ ਕੇਸ ਤੁਸੀਂ ਆਈ ਸਪੈਸ਼ਲਿਸਟ ਨੂੰ ਕੰਸਲਟ ਕਰਕੇ ਜਿਹੜਾ ਹੈਗਾ ਹੈ ਇਹਦਾ ਟਰੀਟਮੈਂਟ ਲੈ ਸਕਦੇ ਹੋ, ਬਿਕੋਜ਼ ਹਰ ਇੱਕ ਪ੍ਰੋਬਲਮ ਦਾ ਟਰੀਟਮੈਂਟ ਜਿਹੜਾ ਉਹ ਡਿਫਰੈਂਟ ਹੈ। ਅੱਛਾ ਡਾਕਟਰ ਸਾਹਿਬ, ਹੋਰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਮੌਸਮ ਦੇ ਹਿਸਾਬ ਦੇ ਨਾਲ ਲੱਗ ਸਕਦੀਆਂ ਨੇ ਅਤੇ ਉਹਨਾਂ ਤੋਂ ਬਚਾਅ ਜਿਹੜਾ ਕੀਤਾ ਜਾ ਸਕਦਾ? ਦੇਖੋ, ਮੇਨ ਜਿਹੜੀ ਹੈ ਗਰਮੀਆਂ ਦੇ ਵਿੱਚ ਤਾਂ ਆਪਾਂ ਹੀ ਕਹਾਂਗੇ ਅੱਖਾਂ ਦੀ ਡਰਾਈਨੈਸ, ਜਾਂ ਜਿਵੇਂ ਕਈ ਵਾਰ ਹੁੰਦਾ ਹੈ, ਤੁਸੀਂ ਦੇਖਿਆ ਹੋਣਾ ਹੈ ਕਿ ਬੱਚੇ ਹੈ ਅੱਖਾਂ ਨੂੰ ਮਲਦੇ ਬਹੁਤ ਜ਼ਿਆਦਾ ਹੈ, ਤਾਂ ਉਹਦੇ ਕਰਕੇ ਗੁਆਂਢਣੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੋਣਾ, ਜਾਂ ਕਿਸੇ ਤਰ੍ਹਾਂ ਦੀ ਅੱਖਾਂ ਦੀ ਇਨਫੈਕਸ਼ਨ ਹੋਣਾ, ਉਹ ਵੀ ਗਰਮੀ ਦੇ ਮੌਸਮ ਜਿਹੜੀ ਹੈ ਜ਼ਿਆਦਾ ਕਾਮਨ ਹੈ। ਹੋਰ ਐਜ਼ ਸੱਚ ਕੋਈ ਵੀ ਜਿਹੜੀ ਬਿਮਾਰੀ ਹੈਗੀ ਆ ਅੱਖਾਂ ਦੀ, ਉਹ ਮੌਸਮ ਦੇ ਨਾਲ ਇੰਨੀ ਜ਼ਿਆਦਾ ਰਿਲੇਟਿਡ ਨਹੀਂ ਹੈ। ਅੱਛਾ ਡਾਕਟਰ ਸਾਹਿਬ, ਜੇਕਰ ਗੱਲ ਕਰਾਂ ਗੁਆਂਢਣੀ ਦੀ, ਤੁਸੀਂ ਗੱਲ ਕੀਤੀ ਹੈ ਨਾ ਵੀ ਗੁਆਂਢਣੀ ਜਦੋਂ ਹੋ ਜਾਂਦੀ ਹੈ ਤਾਂ ਪੇਰੈਂਟਸ ਵੀ ਪਰੇਸ਼ਾਨ ਹੋ ਜਾਂਦੇ, ਬੱਚੇ ਵੀ, ਕਿਉਂਕਿ ਪੇਨਫੁਲ ਹੁੰਦੀ ਹੈ ਨਾ ਉਹ। ਸੋ ਉਹਦੇ ਵਿੱਚੋਂ ਬਲੱਡ ਨਿਕਲਣਾ, ਪਸ ਨਿਕਲਣਾ ਵੀ ਅਸੀਂ ਦੇਖਦੇ ਹਾਂ। ਸੋ ਇਹ ਗੁਆਂਢਣੀ ਕਿਵੇਂ ਹੋ ਜਾਂਦੀ ਹੈ ਔਰ ਕਿਵੇਂ ਜਿਹੜਾ ਇਹਨਾਂ ਦਾ ਇਲਾਜ ਜਿਹੜਾ ਕਰਵਾਇਆ ਜਾ ਸਕਦਾ ਹੈ? ਜਿਹੜੀ ਗੁਆਂਢਣੀ ਹੈ ਉਹ ਵੀ ਅੱਖ ਦੀ ਇੱਕ ਟਾਈਪ ਦੀ ਇਨਫੈਕਸ਼ਨ ਹੈਗੀ ਹੈ। ਇਹ ਅੱਖ ਨੂੰ ਬਾਰ-ਬਾਰ ਗੰਦੇ ਹੱਥ ਲਗਾਉਣ ਨਾਲ ਹੀ ਹੁੰਦੀ ਹੈ, ਠੀਕ ਹੈ। ਬਟ ਇਹ ਜਿਹੜੀ ਹੈ ਇੱਕ ਆਪਣੇ ਆਪ ਠੀਕ ਹੋਣ ਵਾਲੀ ਕੰਡੀਸ਼ਨ ਹੈ। ਜੇ ਤੁਸੀਂ ਇਹਦਾ ਟਰੀਟਮੈਂਟ ਨਹੀਂ ਵੀ ਕਰੋਗੇ, 3-4 ਦਿਨ 'ਚ ਕਈ ਵਾਰ ਇਹ ਆਪਣੇ ਆਪ ਠੀਕ ਹੋ ਜਾਂਦੀ ਹੈ। ਕਈ ਵਾਰ ਤੁਸੀਂ ਦੇਖਿਆ ਹੋਣਾ ਲੋਕ ਟਰੀਟਮੈਂਟ ਨਹੀਂ ਲੈਂਦੇ, ਹਾਂ, ਜਾਂ ਸਿੰਦੂਰ ਵਗੈਰਾ ਕਾਫੀ ਟਰੈਂਡ ਹੈਗਾ ਉਹ ਲਗਾ ਲੈਂਦੇ ਹੈ। ਬਟ ਇਸ ਤਰ੍ਹਾਂ ਦੀ ਪ੍ਰੈਕਟਿਸਿਸ ਨਾਲੋਂ ਡਾਕਟਰ ਕੋਲ ਜਾ ਕੇ ਇਹਦਾ ਪ੍ਰੋਪਰ ਟਰੀਟਮੈਂਟ ਲੈਣਾ ਚਾਹੀਦਾ, ਕਿਉਂਕਿ ਜੇ ਆਪਾਂ ਪ੍ਰੋਪਰ ਟਰੀਟਮੈਂਟ ਨਹੀਂ ਲੈਂਦੇ ਤਾਂ ਇਹ ਬਾਰ-ਬਾਰ ਹੁੰਦੀ ਰਹਿੰਦੀ ਹੈ। ਔਰ ਕਈਆਂ ਦੇ ਅੱਖਾਂ 'ਤੇ ਗਿਲਟੀਆਂ ਵੀ ਬਣ ਜਾਂਦੀਆਂ ਨੇ, ਜਿਹਦੇ ਕਾਰਨ ਉਹਨਾਂ ਦੇ ਅੱਖ 'ਤੇ ਕੱਟ ਲਾਉਣਾ ਪੈਂਦਾ। ਸੋ ਕੀ ਉਹ ਗਵਾਂਢਣੀ ਦਾ ਹੀ ਕਾਰਨ ਹੈ? ਉਹ ਇੱਕ ਅਲੱਗ ਟਾਈਪ ਦੀ ਪ੍ਰੋਬਲਮ ਹੈਗੀ, ਉਹ ਗੁਆਂਢਣੀ ਵਰਗੀ ਹੀ ਹੈ। ਬਟ ਜਿਵੇਂ ਗੁਆਂਢਣੀ ਮੈਂ ਤੁਹਾਨੂੰ ਦੱਸਿਆ, ਮੈਡੀਸਿਨ ਲੈਣ ਨਾਲ ਜਾਂ ਸੇਕ ਕਰਨ ਨਾਲ ਅੱਖ ਦਾ ਠੀਕ ਹੋ ਜਾਂਦੀ ਹੈ। ਜਿਹੜੀ ਉਹ ਤੁਸੀਂ ਗਿਲਟੀ ਕਹਿ ਰਹੇ ਹੋ, ਉਹ ਕਈ ਵਾਰ ਠੀਕ ਨਹੀਂ ਹੁੰਦੀ ਹੈ। ਉਸ ਕੇਸ 'ਚ ਉਹਨੂੰ ਕੱਟ ਲਗਾ ਕੇ ਕੱਢਣਾ ਬਿਹਤਰ ਹੈ, ਔਰ ਉਸ ਕੱਟ ਦਾ ਕੋਈ ਨਿਸ਼ਾਨ ਜਾਂ ਕੁਛ ਨਹੀਂ ਰਹਿੰਦਾ ਹੈ ਅੱਖ 'ਤੇ। ਉਹ ਬੜਾ ਇੱਕ ਛੋਟਾ ਜਿਹਾ ਮਾਈਨਰ ਪ੍ਰੋਸੀਜਰ ਹੈ ਅਤੇ ਉਹ ਕਰਵਾ ਲੈਣਾ ਚਾਹੀਦਾ ਡਾਕਟਰ ਦੀ ਐਡਵਾਈਸ ਤੋਂ ਬਾਅਦ। ਅੱਛਾ, ਉਹ ਜਿਹੜਾ ਗਿਲਟੀ ਹੁੰਦਾ ਹੈ ਉਹ ਕਿਵੇਂ ਹੋ ਜਾਂਦਾ? ਕੀ ਉਹ ਖਤਰਨਾਕ ਹੁੰਦਾ ਹੈ ਅੱਖਾਂ ਦੇ ਲਈ? ਉਹ ਜਿਹੜੀ ਗਿਲਟੀ ਹੈ ਉਹ ਇੱਕ ਤਰ੍ਹਾਂ ਦਾ ਜਿਹੜਾ ਆਪਣਾ ਗਲੈਂਡ ਹੈ, ਜਿਹੜਾ ਅੱਖ ਨੂੰ ਨਮੀ ਦਿੰਦਾ ਹੈ, ਉਹਦੇ ਵਿੱਚ ਜਿਹੜੇ ਉਹਦੀ ਸਿਕ੍ਰੀਸ਼ਨਸ ਹੈ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਹੈ। ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਬਾਹਰ ਆਉਣ ਦਾ, ਅਤੇ ਇਸ ਲਈ ਜਿਹੜੀ ਹੈ ਉਹ ਗਿਲਟੀ ਬਣ ਜਾਂਦੀ ਹੈ। ਉਸ ਕੇਸ 'ਚ ਆਪਾਂ ਨੂੰ ਸਿਰਫ ਇੱਕ ਕੱਟ ਲਗਾ ਕੇ ਉਹਨਾਂ ਸਿਕ੍ਰੀਸ਼ਨਸ ਨੂੰ ਬਾਹਰ ਕੱਢਣਾ ਹੈ, ਤਾਂ ਕਿ ਉਹ ਜਿਹੜੀ ਗਿਲਟੀ ਹੈ ਬੈਠ ਜਾਏ।
ਅੱਛਾ ਡਾਕਟਰ ਸਾਹਿਬ, ਜੇਕਰ ਗੱਲ ਕਰਾਂ ਤਾਂ ਤੁਸੀਂ ਦੇਖਿਆ ਹੋਣਾ, ਜਿੱਦਾਂ ਹੁਣ ਤੁਸੀਂ ਕਿਹਾ ਕਿ ਅੱਖ ਤੇ ਕੱਟ ਲਾਉਣਾ, ਗਵਾਂਢਣੀ ਹੋ ਜਾਣਾ ਜਾਂ ਡਰਾਈਨੈਸ ਜਿਹੜੀ ਰਹਿੰਦੀ ਹੈ, ਸੋ ਪਲਕਾਂ ਜਿਹੜੀਆਂ ਸਾਡੀ ਸੁੰਦਰਤਾ ਨੂੰ ਵਧਾਉਂਦੀਆਂ ਨੇ, ਸਾਡੀ ਅੱਖਾਂ ਦੀ ਸੁੰਦਰਤਾ ਨੂੰ ਵਧਾਉਂਦੀਆਂ ਨੇ, ਆਈਲੈਸ਼ਸ ਕਈ ਵਾਰੀ ਉਹ ਵੀ ਝੜਨੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ, ਸੋ ਉਹਨਾਂ ਦੇ ਕੀ ਕਾਰਨ ਹੋ ਸਕਦੇ ਨੇ? ਉਹਦਾ ਕਾਰਨ ਹੈ ਕਿ ਜਿਹੜੇ ਅੱਖਾਂ ਦੀਆਂ ਪਲਕਾਂ ਤੇ ਆਪਣੇ ਗਲੈਂਡਸ ਹੈ, ਜਿਵੇਂ ਆਪਣੇ ਸਿਰ ਦੇ ਵਾਲ ਹੈ ਉਵੇਂ ਹੀ ਆਪਣੀਆਂ ਅੱਖਾਂ ਦੇ ਪਲਕਾਂ ਦੇ ਵਾਲ ਹੈਗੇ ਹੈ। ਸੋ ਉਹਨਾਂ ਦੇ ਵਿੱਚੋਂ ਜਿਹੜਾ ਤੇਲ ਨਿਕਲਦਾ ਹੈ, ਅਗੇਨ ਉਹ ਵੀ ਅੱਖਾਂ ਨੂੰ ਨਮੀ ਦੇਣ ਲਈ ਹੁੰਦਾ ਹੈ। ਤਾਂ ਜਿਹੜਾ ਤੇਲ ਨਿਕਲਦਾ ਹੈ ਉਹ ਇੱਕ ਜ਼ਿਆਦਾ ਪ੍ਰੋਡਕਸ਼ਨ ਉਹਦੀ ਹੋਣ ਲੱਗ ਜਾਂਦੀ ਹੈ, ਜ਼ਿਆਦਾ ਬਣਨ ਲੱਗ ਜਾਂਦਾ ਹੈ, ਜਿਹੜਾ ਸਿਕਰੀ ਵਾਂਗੂ ਪਲਕਾਂ ਦੇ ਉੱਪਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਨਾਲ ਜਿਹੜੀਆਂ ਪਲਕਾਂ ਟੁੱਟ ਕੇ ਗਿਰਦੀਆਂ ਹੈ। ਇਸ ਕੇਸ ਦੇ ਵਿੱਚ ਆਪਾਂ ਨੂੰ ਜਿਹੜੀਆਂ ਅੱਖਾਂ ਦੀਆਂ ਪਲਕਾਂ ਹੈ ਉਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ, ਉਹਨਾਂ ਦੀ ਸਕਰਬਿੰਗ ਕਰਨੀ ਚਾਹੀਦੀ ਹੈ। ਉਹ ਕਿਵੇਂ ਕਰਨੀ ਹੈ ਇਹ ਤੁਸੀਂ ਆਈ ਸਪੈਸ਼ਲਿਸਟ ਨਾਲ ਕੰਸਲਟ ਕਰ ਸਕਦੇ ਹੋ, ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦੇਣਗੇ ਕਿ ਰੂਟੀਨ 'ਚ ਤੁਸੀਂ ਜਦੋਂ ਵੀ ਆਪਦਾ ਫੇਸ ਵਾਸ਼ ਕਰਦੇ ਹੋ ਜਾਂ ਹੈ ਉਦੋਂ ਤੁਸੀਂ ਆਪਦੀਆਂ ਪਲਕਾਂ ਨੂੰ ਵੀ ਸਪੈਸ਼ਲੀ ਵਾਸ਼ ਕਰਨਾ ਹੈ। ਜੀ। ਅੱਛਾ ਡਾਕਟਰ ਸਾਹਿਬ, ਹੁਣ ਗੰਭੀਰ ਮੁੱਦਿਆਂ ਵੱਲ ਵੀ ਆ ਜਾਂਦੇ ਹੈ ਨਾ, ਵੀ ਤੁਸੀਂ ਦੇਖਿਆ ਹੋਣਾ ਕਿ ਮਤਲਬ ਤੁਹਾਨੂੰ ਤਾਂ ਪਤਾ ਹੈ ਵੀ ਆਪਾਂ ਸੁਣਦੇ ਹਾਂ ਕਿ ਕਾਲਾ ਮੋਤੀਆ ਜਿਹੜਾ ਹੈ ਉਹ ਕਹਿੰਦੇ ਕਿ ਤੁਹਾਨੂੰ ਅੰਨਾ ਵੀ ਕਰ ਦਿੰਦਾ। ਸੋ ਕਾਲਾ ਮੋਤੀਆ ਕਿਵੇਂ ਹੋ ਜਾਂਦਾ, ਕੀ ਇਹਦੇ ਕੋਈ ਲੱਛਣ ਹੁੰਦੇ ਨੇ ਤੇ ਇਹਦਾ ਇਲਾਜ ਕੀ ਹੈ? ਹਾਂ ਅਮਨ, ਤੁਸੀਂ ਬਿਲਕੁਲ ਠੀਕ ਕਿਹਾ ਕਿ ਕਾਲਾ ਮੋਤੀਆ ਅੰਨਾ ਵੀ ਕਰ ਦਿੰਦਾ। ਔਰ ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਜਿਹੜਾ ਕਾਲਾ ਮੋਤੀਆ ਉਹਦਾ ਕੋਈ ਲੱਛਣ ਨਹੀਂ ਹੁੰਦਾ। ਜਿਵੇਂ ਤੁਸੀਂ ਦੇਖੋਗੇ ਚਿੱਟਾ ਮੋਤੀਆ ਹੈ, ਉਹਦੇ ਵਿੱਚ ਆਪਾਂ ਨੂੰ ਬਹੁਤ ਅਰਲੀ ਸਟੇਜ 'ਚ ਹੀ ਘੱਟ ਦਿਖਣ ਲੱਗ ਜਾਂਦਾ ਹੈ। ਗੁਆਂਢਣੀ ਹੈ, ਜਿਵੇਂ ਆਪਾਂ ਗੱਲ ਕੀਤੀ, ਦਰਦ ਹੁੰਦਾ ਹੈ, ਆਪਾਂ ਨੂੰ ਇੱਕ ਅੱਖ ਦੇ ਉੱਪਰ ਸਵੈਲਿੰਗ ਨਜ਼ਰ ਆਉਂਦੀ ਹੈ। ਸੋ ਜਿਹੜਾ ਕਾਲਾ ਮੋਤੀ ਹੈ ਉਹਦੇ ਵਿੱਚ ਮਰੀਜ਼ ਨੂੰ ਕੁਝ ਵੀ ਨਹੀਂ ਲੱਗੇਗਾ, ਠੀਕ ਹੈ। ਜਦੋਂ ਤੱਕ ਕਿ ਉਹ ਐਂਡ ਸਟੇਜ ਤੇ ਪਹੁੰਚ ਜਾਏਗਾ ਉਦੋਂ ਮਰੀਜ਼ ਨੂੰ ਪਤਾ ਲੱਗੇਗਾ ਕਿ ਮੇਰੀ ਨਿਗਾਹ ਜਿਹੜੀ ਹੈਗੀ ਹੈ ਹੁਣ ਡੈਮੇਜ ਹੋ ਚੁੱਕੀ ਹੈ। ਸੋ ਜਿਹੜਾ ਕਾਲਾ ਮੋਤੀਆ ਹੈ ਉਹ 40 ਦੀ ਉਮਰ ਤੋਂ ਬਾਅਦ ਹੋਣਾ ਸ਼ੁਰੂ ਹੁੰਦਾ ਹੈ। ਕਈ ਫੈਮਿਲੀਜ਼ ਦੇ ਵਿੱਚ ਇਹ ਰਨ ਕਰਦਾ ਹੈ, ਜਿਵੇਂ ਜੇ ਤੁਹਾਡੇ ਪਰਿਵਾਰ 'ਚ ਤੁਹਾਡੇ ਪੇਰੈਂਟਸ ਨੂੰ, ਕਿਸੇ ਭੈਣ ਭਰਾ ਨੂੰ ਕਾਲਾ ਮੋਤੀਆ ਹੈਗਾ ਹੈ ਤਾਂ ਇਹ ਜਲਦੀ ਵੀ ਆ ਸਕਦਾ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਹਰ ਇੱਕ ਇੰਡੀਵਿਜੂਅਲ ਨੂੰ ਕਿ 40 ਦੀ ਉਮਰ ਤੋਂ ਬਾਅਦ ਇੱਕ ਵਾਰੀ ਡਾਕਟਰ ਕੋਲ ਜਾ ਕੇ ਆਪਦਾ ਪ੍ਰੋਪਰ ਆਈ ਚੈੱਕਅਪ ਜ਼ਰੂਰ ਕਰਾਓ, ਤਾਂ ਕਿ ਇਹ ਪਤਾ ਲੱਗ ਜਾਏ ਕਿ ਤੁਹਾਨੂੰ ਕਿਤੇ ਕਾਲਾ ਮੋਤੀਆ ਤਾਂ ਨਹੀਂ ਹੋ ਰਿਹਾ। ਕਿਉਂਕਿ ਜੇ ਬਾਈ ਚਾਂਸ ਕੋਈ ਵੀ ਉਹਦੇ ਡਾਕਟਰ ਨੂੰ ਸਾਈਨਸ ਨਜ਼ਰ ਆਉਂਦੇ ਹੈ ਤਾਂ ਉਹਨੂੰ ਉੱਥੇ ਹੀ ਰੋਕਿਆ ਜਾ ਸਕਦਾ ਹੈ। ਅੱਛਾ, ਤਾਂ ਕੀ ਇਹਦਾ ਇਲਾਜ ਆਪਰੇਸ਼ਨਸ ਹੀ ਹੈ ਜਾਂ ਫਿਰ ਮੈਡੀਸਿਨਸ ਦੇ ਰਾਹੀਂ ਵੀ ਇਹਨੂੰ ਰੋਕਿਆ ਜਾ ਸਕਦਾ? ਦੇਖੋ, ਜ਼ਿਆਦਾਤਰ ਜਿਹੜਾ ਕਾਲਾ ਮੋਤੀਆ ਹੁੰਦਾ ਹੈ ਉਹ ਮੈਡੀਸਿਨਸ ਨਾਲ ਹੀ ਰੁਕ ਜਾਂਦਾ ਹੈ। ਇਹਦੇ 'ਤੇ ਮੈਂ ਥੋੜ੍ਹਾ ਜਿਹਾ ਇਲੈਬੋਰੇਟ ਕਰਨਾ ਚਾਹਾਂਗੀ ਕਿ ਜਿਹੜਾ ਕਾਲਾ ਮੋਤੀਆ ਹੈਗਾ ਹੈ ਇਹ ਬੇਸਿਕਲੀ ਅੱਖ ਦਾ ਪ੍ਰੈਸ਼ਰ ਵਧਣ ਨਾਲ ਹੋ ਜਾਂਦਾ ਹੈ। ਹੁਣ ਤੁਸੀਂ ਇਹ ਕਹੋਗੇ ਕਿ ਅੱਖ ਦਾ ਪ੍ਰੈਸ਼ਰ ਕਿਵੇਂ ਵੱਧਦਾ ਹੈ, ਤੇ ਆਪਣੀ ਅੱਖ ਦੇ ਵਿੱਚ ਇੱਕ ਫਲੂਇਡ ਰਹਿੰਦਾ, ਇੱਕ ਤਰਲ ਪਦਾਰਥ ਰਹਿੰਦਾ ਹੈ ਜਿਹੜਾ ਕਿ ਇੱਕ ਸੈਟ ਰੇਟ 'ਤੇ ਬਣਦਾ ਹੈ ਔਰ ਅੱਖ ਦੇ ਵਿੱਚੋਂ ਨਿਕਲਦਾ ਰਹਿੰਦਾ ਹੈ। ਜੇ ਉਹ ਬਣਨ ਜ਼ਿਆਦਾ ਲੱਗ ਜਾਏ ਜਾਂ ਨਿਕਲਣ ਘੱਟ ਲੱਗ ਜਾਏ ਤਾਂ ਉਹ ਅੱਖ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਅੱਖ ਦੇ ਵਿੱਚ ਇਕੱਠਾ ਹੁੰਦਾ ਹੈ, ਅੱਖ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਔਰ ਉਹ ਅੱਖ ਦੀ ਨਸ ਦੇ ਉੱਪਰ ਪ੍ਰੈਸ਼ਰ ਪਾਉਂਦਾ ਹੈ। ਜਿਹੜੀ ਨਿਗਾਹ ਹੈ ਸਾਰੀ ਉਹ ਅੱਖ ਦੀ ਨਸ ਤੋਂ ਆ ਰਹੀ ਹੈ ਤੇ ਉਹਨੂੰ ਡੈਮੇਜ ਕਰਕੇ ਉਹ ਨਿਗਾਹ ਨੂੰ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦਿੰਦਾ ਹੈ। ਸੋ ਬੇਸਿਕਲੀ ਆਪਾਂ ਇਹਦੇ ਲਈ ਦਵਾਈਆਂ ਦਿੰਦੇ ਹਾਂ ਜਿਹਦੇ ਨਾਲ ਕਿ ਅੱਖ ਦਾ ਪ੍ਰੈਸ਼ਰ ਘੱਟ ਜਾਏ, ਜਾਂ ਤਾਂ ਉਹ ਜਿਹੜਾ ਲਿਕੁਇਡ ਹੈ ਉਹ ਬਣਨਾ ਘੱਟ ਜਾਏ, ਜਾਂ ਉਹਦੀ ਜਿਹੜੀ ਨਿਕਾਸੀ ਹੈ ਉਹ ਜ਼ਿਆਦਾ ਹੋ ਜਾਏ। ਸੋ ਜ਼ਿਆਦਾਤਰ ਕਾਲੇ ਮੋਤੀਏ ਦਵਾਈਆਂ ਨਾਲ ਕੰਟਰੋਲ ਹੋ ਜਾਂਦੇ ਆ, ਬਟ ਮੈਡੀਸਿਨਸ ਇਹਦੀ ਰੈਗੂਲਰਲੀ ਬਹੁਤ ਧਿਆਨ ਨਾਲ ਪਾਣੀ ਚਾਹੀਦੀ ਹੈ। ਕੋਈ ਵੀ ਇਹਦੇ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ, ਕਿਉਂਕਿ ਜੇ ਪ੍ਰੈਸ਼ਰ ਥੋੜ੍ਹਾ ਜਿਹਾ ਵੀ ਵਧੇਗਾ ਤੁਹਾਡੀ ਨਸ 'ਤੇ ਡੈਮੇਜ ਕਰੇਗਾ। ਕੁਝ ਇਸ ਤਰ੍ਹਾਂ ਦੇ ਕਾਲੇ ਮੋਤੀਏ ਹੁੰਦੇ ਆ ਜਿਨ੍ਹਾਂ 'ਚ ਆਪਾਂ ਨੂੰ ਲੇਜ਼ਰ ਜਾਂ ਆਪਰੇਸ਼ਨ ਵੀ ਕਰਨਾ ਪੈਂਦਾ ਹੈ। ਸੋ ਉਹ ਤੁਸੀਂ ਜਿਵੇਂ ਡਾਕਟਰ ਨੂੰ ਦਿਖਾ ਰਹੇ ਹੋ ਤਾਂ ਅਕੋਰਡਿੰਗਲੀ ਤੁਹਾਨੂੰ ਐਡਵਾਈਸ ਕਰ ਦੇਣਗੇ। ਜੀ ਹਾਂ, ਇਹ ਤਾਂ ਕਾਲੇ ਮੋਤੀ ਦੀ ਗੱਲ ਹੋ ਗਈ। ਸੋ ਚਿੱਟਾ ਮੋਤੀਆ ਵੀ ਕਿਵੇਂ ਉਤਰ ਆਉਂਦਾ ਹੈ ਔਰ ਉਹਦਾ ਇਲਾਜ? ਕਿਉਂਕਿ ਆਪਾਂ ਦੇਖਦੇ ਕਿ ਆਪਰੇਸ਼ਨ ਕਰਵਾਉਣ ਤੋਂ ਬਾਅਦ ਪੇਸ਼ੈਂਟ ਜਦੋਂ ਘਰ ਆਉਂਦਾ ਤਾਂ ਉਹ ਕਾਮਨ ਜੀ ਬਿਮਾਰੀ ਦੱਸਦਾ ਕਿ ਚਿੱਟਾ ਮੋਤੀਆ ਉਤਰ ਗਿਆ ਸੀਗਾ, ਇਸ ਕਰਕੇ ਆਪਰੇਸ਼ਨ ਕਰਵਾਉਣਾ ਪਿਆ। ਸੋ ਚਿੱਟੇ ਮੋਤੀਆ ਜਿਹੜਾ ਹੈ ਉਹ ਕਿਵੇਂ ਮਤਲਬ ਉਤਰ ਆਉਂਦਾ ਤੇ ਉਹਦਾ ਇਲਾਜ ਕੀ ਵਾਕਈ ਆਪਰੇਸ਼ਨ ਹੀ ਹੈ? ਹਾਂ, ਚਿੱਟਾ ਮੋਤੀਆ ਜਿਹੜੀ ਹੈ ਇੱਕ ਮੈਂ ਕਹੂੰਗੀ ਬਹੁਤ ਹੀ ਆਮ ਸਮੱਸਿਆ ਹੈ, ਬਿਕੋਜ਼ ਇਹ ਇੱਕ ਉਮਰ ਦੇ ਨਾਲ ਜਿਹੜੀ ਰਿਲੇਟਿਡ ਹੈ ਉਹ ਬਿਮਾਰੀ ਹੈ। ਇਹਦਾ ਕੋਈ ਵੀ ਰੀਜ਼ਨ ਨਹੀਂ ਹੈ। ਜਿਵੇਂ ਉਮਰ ਦੇ ਨਾਲ ਆਪਣੇ ਬਾਲ ਸਫੇਦ ਹੋ ਜਾਂਦੇ ਹੈ, ਬਹੁਤ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹੈ, ਉਸੇ ਤਰ੍ਹਾਂ ਜਿਹੜੀ ਆਪਣੀ ਅੱਖ ਦਾ ਲੈਂਸ ਹੈ ਉਹ ਧੁੰਦਲਾ ਪੈ ਜਾਂਦਾ ਹੈ। ਸੋ ਅੱਖ ਦੇ ਲੈਂਸ ਨੂੰ ਧੁੰਦਲਾ ਪੈਣਾ ਹੀ ਚਿੱਟਾ ਮੋਤੀਆ ਕਹਿੰਦੇ ਹੈ। ਸੋ ਇਹ ਸੂਨਰ ਔਰ ਲੇਟਰ, ਅੱਜ ਜਾਂ ਕੱਲ੍ਹ, ਹਰ ਇੱਕ ਬੰਦੇ ਨੂੰ 50, 60, 70 ਸਾਲ ਦੀ ਉਮਰ 'ਤੇ ਹੋਣਾ ਹੀ ਹੋਣਾ, ਡਿਪੈਂਡਿੰਗ ਅਪੋਨ ਕਿ ਜੇ ਤੁਹਾਨੂੰ ਸ਼ੂਗਰ ਹੈ ਤੁਹਾਨੂੰ ਥੋੜ੍ਹੀ ਜਲਦੀ ਹੋ ਜਾਏਗਾ, ਜੇ ਤੁਹਾਨੂੰ ਨਹੀਂ ਹੈ ਤਾਂ ਤੁਹਾਨੂੰ ਥੋੜ੍ਹੀ ਲੇਟ ਹੋਏਗਾ। ਔਰ ਇਹਦਾ ਇਲਾਜ ਜਿਹੜਾ ਹੈ ਇੱਕ ਪਰਟੀਕੂਲਰ ਸਟੇਜ ਤੋਂ ਬਾਅਦ ਆਪਰੇਸ਼ਨ ਨਹੀਂ ਹੈ। ਕਈ ਵਾਰ ਮਰੀਜ਼ ਬੜੇ ਕਨਫਿਊਜ਼ ਹੁੰਦੇ ਹੈ
ਕਿ ਅਸੀਂ ਆਪਰੇਸ਼ਨ ਕਦੋਂ ਕਰਾਈਏ। ਸੋ ਇਹਦੇ ਤੇ ਵੀ ਮੈਂ ਥੋੜੀ ਜੀ ਰੋਸ਼ਨੀ ਪਾਣੀ ਚਾਹਾਂਗੀ ਕਿ ਜਿਹੜਾ ਚਿੱਟੇ ਮੋਤੀਏ ਦਾ ਆਪਰੇਸ਼ਨ ਹੈ ਉਹ ਕਰਾਉਣ ਦਾ ਸਹੀ ਟਾਈਮ ਉਹ ਹੈ ਜਦੋਂ ਤੁਹਾਨੂੰ ਆਪਦੇ ਰੂਟੀਨ ਦੇ ਕੰਮ ਕਰਨ 'ਚ ਦਿੱਕਤ ਆਉਣ ਲੱਗੇ। ਹੁਣ ਦੇਖੋ ਹਰ ਇੱਕ ਦਾ ਰੂਟੀਨ ਅਲੱਗ-ਅਲੱਗ ਹੈ। ਇੱਕ ਜਿਹੜੀ ਹਾਊਸ ਵਾਈਫ ਹੈ ਉਹ ਥੋੜੀ ਜਿਹੀ ਅਗਲੀ ਸਟੇਜ ਤੱਕ ਵੀ ਆਪਦਾ ਕੰਮ ਚਲਾ ਸਕਦੀ ਹੈ, ਪਰ ਇੱਕ ਬੰਦਾ ਹੈ ਜਿਹੜਾ ਕੋਈ ਆਫਿਸ ਜਾ ਕੇ ਕੰਮ ਕਰ ਰਿਹਾ ਹੈ ਜਾਂ ਕੁਝ ਹੋਰ ਕਰ ਰਿਹਾ ਹੈ, ਉਹਨੂੰ ਮੇਬੀ अर्ਲੀ ਸਟੇਜ ਤੇ ਉਸ ਚੀਜ਼ ਦੀ ਰਿਕੁਆਇਰਮੈਂਟ ਹੋ ਜਾਏ। ਸੋ ਇਹ ਹਰ ਇੱਕ ਲਈ ਸੇਮ ਨਹੀਂ ਹੈ ਕਿ ਕਿੰਨੇ ਕਦੋਂ ਆਪਰੇਸ਼ਨ ਕਰਾਉਣਾ ਹੈ। ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਰੂਟੀਨ ਕੈਸੀ ਹੈ। ਜੇ ਉਹ ਤੁਹਾਡੀ ਰੂਟੀਨ ਵਰਕ ਦੇ ਵਿੱਚ ਡਿਸਟਰਬੈਂਸ ਕਰ ਰਿਹਾ ਹੈ ਤਾਂ ਤੁਸੀਂ ਉਹਦਾ ਆਪਰੇਸ਼ਨ ਕਰਾ ਲਓ। ਅੱਜ ਕੱਲ੍ਹ ਆਪਰੇਸ਼ਨਸ ਬਹੁਤ ਐਡਵਾਂਸ ਹੋ ਗਏ ਹੈ, ਕੋਈ ਇਹਦੇ ਵਿੱਚ ਇੰਨੀ ਜ਼ਿਆਦਾ ਕੰਪਲਿਕੇਸ਼ਨ ਜਾਂ ਕੁਝ ਨਹੀਂ ਹੁੰਦੀ ਹੈ ਐਂਡ ਰਿਕਵਰੀ ਬਹੁਤ ਫਾਸਟ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਮੈਂ ਗੱਲ ਕਰਨਾ ਚਾਹਾਂਗੀ ਜਿੱਦਾਂ ਆਪਾਂ ਕਿਹਾ ਕਿ ਆਫਿਸ ਵਰਕਰਸ ਜਿਹੜੇ ਹੁੰਦੇ ਨੇ, ਜਿੱਦਾਂ ਵੀ ਕਹਿ ਲਓ ਉਹਨਾਂ ਨੂੰ ਗੈਜਟਸ 'ਤੇ ਕੰਮ ਕਰਨਾ ਪੈਂਦਾ। ਸੋ ਓਬਵੀਅਸ ਜੀ ਗੱਲ ਆ, ਲੈਪਟਾਪ, ਫੋਨ ਜਾਂ ਫਿਰ ਟੈਬਲੇਟਸ ਜਿਹੜੀਆਂ ਨੇ ਉਹ ਇਸਤੇਮਾਲ ਕਰਨੀਆਂ ਪੈਂਦੀਆਂ ਨੇ। ਸੋ ਜਦੋਂ ਉਹ ਜ਼ਿਆਦਾ ਫੋਕਸ ਕਰਦੇ ਨੇ, ਕਈ ਵਾਰੀ ਸਰਦਰਦ ਜਿਹੜੀ ਹੈ ਉਹ ਰਹਿਣੀ ਸ਼ੁਰੂ ਹੋ ਜਾਂਦੀ ਹੈ। ਸੋ ਕਿਵੇਂ ਉਹ ਆਪਣੀ ਅੱਖਾਂ ਦਾ ਧਿਆਨ ਜਿਹੜਾ ਆ ਉਹ ਰੱਖ ਸਕਦੇ ਨੇ? ਦੇਖੋ ਇੱਕ ਇਹ ਨਵੀਂ ਜਿਹੜੀ ਆਪਾਂ ਕਹਾਂਗੇ ਇੰਨੀ ਜ਼ਿਆਦਾ ਲੈਪਟਾਪ, ਮੋਬਾਈਲ, ਟੇਬਲੇਟਸ ਦੇ ਯੂਜ਼ ਨਾਲ ਇੱਕ ਨਵੀਂ ਬਿਮਾਰੀ ਆਈ ਹੈ ਜਿਹਨੂੰ ਕੰਪਿਊਟਰ ਵਿਜ਼ਨ ਸਿੰਡਰੋਮ ਜਾਂ ਡਿਜੀਟਲ ਆਈ ਸਟ੍ਰੇਨ ਵੀ ਬੋਲਿਆ ਜਾਂਦਾ ਹੈ। ਸੋ ਇਹਦੇ ਲਈ ਕੁਛ ਨਹੀਂ ਤੁਸੀਂ ਕਰਨਾ ਹੈ। ਓਬਵੀਅਸਲੀ ਹੁਣ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ, ਆਪਾਂ ਆਪਦਾ ਕੰਮ ਤਾਂ ਬੰਦ ਨਹੀਂ ਕਰ ਸਕਦੇ। ਸੋ ਇਹਦੇ ਲਈ ਆਪਾਂ ਨੂੰ ਸਿਰਫ ਥੋੜ੍ਹੀਆਂ ਜਿਹੀਆਂ ਮੋਡੀਫਿਕੇਸ਼ਨਸ ਲੈ ਕੇ ਆਉਣੀਆਂ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਤੇ ਜ਼ਰੂਰੀ ਗੱਲ ਹੈ 20-20-20 ਰੂਲ। ਸੋ ਇਹ 20-20-20 ਰੂਲ ਕੀ ਹੈ ਕਿ ਹਰ 20 ਮਿੰਟ ਦੇ ਕੰਮ ਤੋਂ ਬਾਅਦ ਤੁਸੀਂ 20 ਸੈਕਿੰਡ ਲਈ ਕੋਈ ਵੀ 20 ਫੀਟ ਦੂਰ ਪਏ ਆਬਜੈਕਟ ਨੂੰ ਦੇਖਣਾ ਹੈ। ਹਾਂ, ਸੋ ਜੇ ਤੁਸੀਂ ਇਹ ਸਿੰਪਲ ਰੂਲ ਫੋਲੋ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਹੈਡੇਕ ਹੈ, ਆਈ ਸਟ੍ਰੇਨ ਹੈ, ਡਰਾਈਨੈਸ ਹੈ, ਇਹ ਬਹੁਤ ਹੱਦ ਤੱਕ ਘਟ ਜਾਏਗੀ। ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਲੈਪਟਾਪ 'ਤੇ ਕੰਮ ਕਰ ਰਹੇ ਹੋ ਤਾਂ ਜਿਹੜਾ ਲੈਪਟਾਪ ਦਾ ਲੈਵਲ ਹੈਗਾ ਉਹ ਨਾ ਅੱਖਾਂ ਦੇ ਬਹੁਤ ਉੱਪਰ ਹੋਣਾ ਚਾਹੀਦਾ, ਨਾ ਬਹੁਤ ਨੀਚੇ ਹੋਣਾ ਚਾਹੀਦਾ ਹੈ। ਉਹ ਤੁਹਾਡਾ ਸਕਰੀਨ ਜਿਹੜੀ ਹੈ ਆਈ ਲੈਵਲ 'ਤੇ ਹੋਣੀ ਚਾਹੀਦੀ ਹੈ। ਸਕਰੀਨ ਦੀ ਜਿਹੜੀ ਬਰਾਈਟਨੈਸ ਹੈ ਉਹ ਜਿਹੜੀ ਆਸ-ਪਾਸ ਦੀ ਬਰਾਈਟਨੈਸ ਹੈ ਉਹਦੇ ਨਾਲੋਂ ਬਹੁਤ ਜ਼ਿਆਦਾ ਬਰਾਈਟ ਜਾਂ ਡਲ ਨਹੀਂ ਹੋਣੀ ਚਾਹੀਦੀ, ਉਹਦੇ ਨਾਲ ਮੈਚਿੰਗ ਹੋਣੀ ਚਾਹੀਦੀ ਹੈ। ਸਕਰੀਨ ਨੂੰ, ਲੈਪਟਾਪ ਦੀ ਨੂੰ ਕਦੇ ਵੀ ਰੋਸ਼ਨੀ ਦੇ ਵੱਲ ਨਾ ਰੱਖੋ, ਠੀਕ ਹੈ, ਤਾਂ ਕਿ ਬਹੁਤ ਜ਼ਿਆਦਾ ਉਹਦੇ 'ਤੇ ਲਾਈਟ ਨਾ ਪਵੇ ਜਿਹਦੇ ਨਾਲ ਫੌਂਟ ਉਹਦਾ ਹੈ ਥੋੜ੍ਹਾ ਡਲ ਹੋ ਜਾਏਗਾ। ਦੂਸਰੀ ਗੱਲ ਇਹ ਹੈ ਕਿ ਪੋਸਚਰ ਜਿਹੜਾ ਹੈ ਬੈਠਣ ਵੇਲੇ ਤੁਹਾਡਾ ਬਿਲਕੁਲ ਠੀਕ ਹੋਣਾ ਚਾਹੀਦਾ ਹੈ, ਬੈਕ ਸਟ੍ਰੇਟ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਕੋਈ ਵੀ ਪੋਸਚਰ ਰਿਲੇਟਿਡ ਪ੍ਰੋਬਲਮਸ ਨਾ ਹੋਣ। ਸੋ ਇਹ ਥੋੜ੍ਹੀਆਂ ਛੋਟੀਆਂ ਮੋਡੀਫਿਕੇਸ਼ਨਸ ਕਰਕੇ ਜਿਹੜਾ ਹੈ ਤੁਸੀਂ ਆਪਦਾ ਆਈ ਸਟ੍ਰੇਨ ਬਹੁਤ ਹੱਦ ਤੱਕ ਘਟਾ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਮਾਈਗ੍ਰੇਨ ਦੀ ਵੀ ਗੱਲ ਕਰ ਲੈਂਦੇ। ਮਾਈਗ੍ਰੇਨ ਦੇ ਨਾਲ ਅੱਖ 'ਤੇ ਦਰਦ ਜਿਹੜੀ ਹੈ ਬਹੁਤ ਰਹਿੰਦੀ ਹੈ। ਸੋ ਇਹ ਅੱਖ ਦਰਦ ਦੀ ਜਿਹੜੀ ਹੁੰਦੀ ਹੈ ਉਹ ਕਈ ਵਾਰੀ ਆਪਣੀ ਅੱਖ ਲਾਲ ਕਰ ਦਿੰਦੀ ਹੈ, ਔਰ ਕਈਆਂ ਦੀ ਵੈਸੇ ਹੀ ਜਿਹੜੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ। ਸੋ ਅੱਖਾਂ ਲਾਲ ਹੋਣ ਦਾ ਕੀ ਕਾਰਨ ਹੋ ਸਕਦਾ? ਇੱਕ ਤਾਂ ਮਾਈਗ੍ਰੇਨ ਦੀ ਪ੍ਰੋਬਲਮ ਨੂੰ ਜ਼ਰੂਰ ਐਲੈਬੋਰੇਟ ਕਰਿਓ, ਅਤੇ ਇੱਕ ਇਹ ਵੀ ਦੱਸ ਦਿਓ ਕਿ ਕਿਉਂ ਅੱਖਾਂ ਜਿਹੜੀਆਂ ਨੇ ਵੈਸੇ ਲਾਲ ਹੋ ਜਾਂਦੀਆਂ ਨੇ। ਹਾਂ, ਤੁਸੀਂ ਠੀਕ ਕਿਹਾ ਕਿ ਮਾਈਗ੍ਰੇਨ ਦਾ ਜਿਹੜਾ ਦਰਦ ਹੈ ਉਹ ਕਈ ਵਾਰ ਅੱਖਾਂ 'ਚ ਵੀ ਆ ਜਾਂਦਾ ਹੈ, ਬਟ ਉਹਦੇ ਲਈ ਜਿਹੜਾ ਟਰੀਟਮੈਂਟ ਹੈ ਬੇਸਿਕਲੀ ਉਹ ਮਾਈਗ੍ਰੇਨ ਦਾ ਹੀ ਰਹੇਗਾ। ਬਟ ਉਸ ਕੇਸ ਵਿੱਚ ਅੱਖਾਂ ਲਈ ਕੀ ਜ਼ਰੂਰੀ ਹੈ ਕਿ ਤੁਸੀਂ ਅੱਖਾਂ ਦਾ ਆਈਸਾਈਟ ਦਾ ਚੈੱਕਅਪ ਜ਼ਰੂਰ ਕਰਵਾਓ, ਕਿਉਂਕਿ ਜੇ ਤੁਹਾਨੂੰ ਨੰਬਰ ਹੈ ਔਰ ਤੁਸੀਂ ਯੂਜ਼ ਨਹੀਂ ਕਰ ਰਹੇ ਹੋ ਤਾਂ ਜਿਹੜਾ ਮਾਈਗ੍ਰੇਨ ਦਾ ਪੇਨ ਹੈ ਉਹ ਵੱਧ ਜਾਏਗਾ। ਇਹ ਹੈ ਅਤੇ ਬਟ ਉਹਦੇ ਲਈ ਜਿਹੜਾ ਟਰੀਟਮੈਂਟ ਹੈ ਉਹ ਆਪਾਂ ਮਾਈਗ੍ਰੇਨ ਦਾ ਹੀ ਲੈਣਾ ਹੈ। ਦੂਸਰੀ ਗੱਲ ਹੈ ਅੱਖਾਂ ਦੇ ਲਾਲ ਹੋਣ ਦੀ, ਉਹਦੇ ਕਾਰਨ ਹੈ ਅੱਖਾਂ ਦਾ ਇਨਫੈਕਸ਼ਨ ਹੋਣਾ ਜਾਂ ਅੱਖਾਂ ਦੇ ਵਿੱਚ ਐਲਰਜੀ ਹੋਣਾ। ਸੋ ਇਨਫੈਕਸ਼ਨ ਹੈ ਜਾਂ ਐਲਰਜੀ ਹੈ, ਇਹ ਅਗੇਨ ਡਾਕਟਰ ਨੂੰ ਦਿਖਾ ਕੇ ਜਿਹੜਾ ਹੈ ਅਕੋਰਡਿੰਗਲੀ ਉਹਦੇ ਟਰੀਟਮੈਂਟ ਚੱਲ ਸਕਦਾ ਹੈ। ਅਤੇ ਇਹਦੇ ਲਈ ਫਿਰ ਮੈਂ ਇੱਕ ਜਿਹੜਾ ਆਪਾਂ ਪੁਆਇੰਟ ਪਹਿਲਾਂ ਡਿਸਕਸ ਕੀਤਾ ਹੈ ਕਿ ਕਿਸੇ ਵੀ ਕੈਮਿਸਟ ਤੋਂ ਲੈ ਕੇ ਦਵਾਈ ਨਹੀਂ ਪਾਉਣੀ ਚਾਹੀਦੀ, ਬਿਕੋਜ਼ ਉਹ ਜੱਜ ਨਹੀਂ ਕਰ ਸਕਦੇ ਕਿ ਇਹ ਇਨਫੈਕਸ਼ਨ ਹੈ ਕਿ ਐਲਰਜੀ ਹੈ, ਦੋਨਾਂ ਦਾ ਟਰੀਟਮੈਂਟ ਬਿਲਕੁਲ ਅਲੱਗ ਹੈ। ਸੋ ਇੱਕ ਸਪੈਸ਼ਲਿਸਟ ਨੂੰ ਕੰਸਲਟ ਕਰਕੇ ਕਿ ਇਹ ਕੀ ਹੈ ਉਸ ਅਕੋਰਡਿੰਗ ਹੀ ਟਰੀਟਮੈਂਟ ਚਲਾਉਣਾ ਚਾਹੀਦਾ ਹੈ। ਅੱਛਾ ਡਾਕਟਰ ਸਾਹਿਬ, ਸ਼ੂਗਰ ਦੇ ਮਰੀਜ਼ਾਂ 'ਤੇ ਵੀ ਆ ਜਾਂਦੇ ਹਾਂ। ਸ਼ੂਗਰ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਜਿਹੜੀ ਹਰ ਬਿਮਾਰੀ ਜਲਦੀ ਲੱਗ ਜਾਂਦੀ ਹੈ। ਸੋ ਅੱਖਾਂ ਦਾ ਖਾਸ ਧਿਆਨ ਉਹ ਕਿਵੇਂ ਰੱਖ ਸਕਦੇ ਨੇ, ਕਿਉਂਕਿ ਅੱਖਾਂ 'ਤੇ ਵੀ ਅਸਰ ਜਿਹੜੀ ਹੈ ਡਾਇਬੀਟੀਜ਼ ਪਾਉਂਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਜਿਵੇਂ ਆਈ ਇਨਫੈਕਸ਼ਨਸ ਜਾਂ ਅਗੇਨ ਆਪਾਂ ਕਹੀਏ ਗੁਆਂਢਣੀਆਂ ਹੋਣਾ, ਇਹ ਬਹੁਤ ਕਾਮਨ ਹੈ, ਖਾਸ ਕਰਕੇ ਜੇ ਉਹਨਾਂ ਦੀ ਸ਼ੂਗਰ ਕੰਟਰੋਲ ਨਹੀਂ ਰਹਿੰਦੀ ਹੈ। ਦੂਸਰਾ ਮੇਜਰ ਜਿਹੜਾ ਇਸ਼ੂ ਸ਼ੂਗਰ ਦੇ ਮਰੀਜ਼ਾਂ 'ਚ ਆਉਂਦਾ ਹੈ ਉਹ ਹੈ ਸ਼ੂਗਰ ਦਾ ਅਸਰ ਅੱਖ ਦੇ ਪਰਦੇ 'ਤੇ ਆ ਜਾਣਾ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗੀ
ਕਿ ਸਾਰੀ ਜਿਹੜੀ ਨਿਗਾਹ ਹੈ ਆਪਣੀ ਅੱਖ ਦੀ ਉਹ ਪਰਦੇ ਦੇ ਵਿੱਚ ਹੁੰਦੀ ਹੈ। ਸੋ ਜਦੋਂ ਸ਼ੂਗਰ ਦਾ ਅਸਰ ਪਰਦੇ ਤੇ ਆ ਗਿਆ ਤਾਂ ਉਹ ਨਿਗਾਹ ਜਿਹੜੀ ਅੱਖ ਦੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ। ਪਰ ਮਰੀਜ਼ ਨੂੰ ਇਹ ਜਿਹੜੀ ਗੱਲ ਹੈ ਉਹ अर्ਲੀ ਸਟੇਜਸ ਨਹੀਂ ਪਤਾ ਲੱਗਦੀ, ਕਿਉਂਕਿ ਜਿਹੜਾ ਸ਼ੂਗਰ ਦਾ ਅਸਰ ਹੈ ਉਹ ਪਰਦੇ ਦੇ ਸਾਈਡਸ ਤੇ ਸ਼ੁਰੂ ਹੁੰਦਾ ਹੈ। ਸੋ ਜਦੋਂ ਤੱਕ ਉਹ ਸੈਂਟਰ 'ਚ ਆਉਂਦਾ ਬਹੁਤ ਦੇਰ ਹੋ ਗਈ ਹੁੰਦੀ ਹੈ। ਇਸ ਲਈ ਜਦੋਂ ਵੀ ਮਰੀਜ਼ ਨੂੰ ਸ਼ੂਗਰ ਦਾ ਪਤਾ ਲੱਗਦਾ ਹੈ, ਇਹ ਬਹੁਤ ਜ਼ਰੂਰੀ ਹੈ ਕਿ ਉਹ ਆਈ ਸਪੈਸ਼ਲਿਸਟ ਕੋਲ ਜਾਏ ਔਰ ਆਪਦੇ ਪਰਦੇ ਦਾ ਚੈੱਕਅਪ ਕਰਾਏ। ਜ਼ਿਆਦਾਤਰ ਜਿਹੜੇ ਡਾਕਟਰਸ ਹੈ ਮੈਡੀਸਿਨ ਦੇ ਜਿਹੜੇ ਸ਼ੂਗਰ ਦੀ ਦਵਾਈ ਸ਼ੁਰੂ ਕਰਦੇ ਆ ਉਹ ਮਰੀਜ਼ ਨੂੰ ਐਡਵਾਈਜ਼ ਕਰਦੇ ਹੈ, ਬਟ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਤੁਹਾਡੇ ਆਸ-ਪਾਸ ਜਾਂ ਤੁਹਾਡੇ ਪਰਿਵਾਰ 'ਚ ਕੋਈ ਵੀ ਜੇ ਸ਼ੂਗਰ ਦਾ ਮਰੀਜ਼ ਹੈ ਔਰ ਉਹਦੀਆਂ ਅੱਖਾਂ ਦੇ ਪਰਦੇ ਦਾ ਚੈੱਕਅਪ ਨਹੀਂ ਹੋਇਆ ਤਾਂ ਪਲੀਜ਼ ਇਹ ਜ਼ਰੂਰ ਕਰਵਾਓ। ਪਹਿਲਾ ਚੈੱਕਅਪ ਜਿਹੜਾ ਹੈ ਉਹ ਸ਼ੂਗਰ ਦਾ ਪਤਾ ਲੱਗਣ 'ਤੇ ਹੋਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਅਗਲਾ ਚੈੱਕਅਪ ਜਿਹੜਾ ਹੈ ਹਰ ਸਾਲ 'ਚ ਇੱਕ ਵਾਰੀ ਹੋਣਾ ਚਾਹੀਦਾ ਹੈ। ਅੱਛਾ ਡਾਕਟਰ ਸਾਹਿਬ, ਜਦੋਂ ਸ਼ੂਗਰ ਵਾਲੇ ਜਿਹੜਾ ਡਾਇਬੀਟਿਕ ਪੇਸ਼ੈਂਟ ਹੈਗਾ ਉਹਦਾ ਜਦੋਂ ਆਪਰੇਸ਼ਨ ਹੁੰਦਾ ਹੈ, ਸੋ ਉਹਨਾਂ ਨੂੰ ਕੀ ਖਾਸ ਹਿਦਾਇਤਾਂ ਦੇਣੀਆਂ ਪੈਂਦੀਆਂ ਨੇ? ਕਿਉਂਕਿ ਕਹਿੰਦੇ ਕਿ ਡਾਇਬੀਟਿਕ ਪੇਸ਼ੈਂਟ ਨੂੰ ਆਪਣਾ ਥੋੜ੍ਹਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਹਾਂ, ਹਿਦਾਇਤ ਮੇਨ ਦੇਖੋ, ਆਪਰੇਸ਼ਨ ਤੋਂ ਪਹਿਲਾਂ, ਡਿਊਰਿੰਗ ਆਪਰੇਸ਼ਨ ਐਂਡ ਆਪਰੇਸ਼ਨ ਤੋਂ ਬਾਅਦ ਸ਼ੂਗਰ ਵਾਲੇ ਮਰੀਜ਼ ਨੂੰ ਇੱਕੋ ਹੀ ਹੈ ਕਿ ਆਪਦੀ ਬਲੱਡ ਸ਼ੂਗਰ ਦਾ ਸਟ੍ਰਿਕਟ ਕੰਟਰੋਲ ਕਰਨਾ ਹੈ। ਅਦਰਵਾਈਜ਼ ਮੈਡੀਕੇਸ਼ਨ ਔਰ ਸਭ ਕੁਝ ਸੇਮ ਹੀ ਰਹਿੰਦਾ ਹੈ, ਇੱਕ ਨਾਰਮਲ ਪੇਸ਼ੈਂਟ ਔਰ ਇੱਕ ਡਾਇਬੀਟਿਕ ਪੇਸ਼ੈਂਟ ਦਾ। ਬਸ ਉਹਦੇ ਵਿੱਚ ਇਹ ਹੈ ਕਿ ਜੇ ਸ਼ੂਗਰ ਕੰਟਰੋਲ ਨਹੀਂ ਹੋਏਗੀ ਤਾਂ ਇਨਫੈਕਸ਼ਨ ਦਾ ਰਿਸਕ ਜਿਹੜਾ ਹੈ ਉਹ ਵੱਧ ਜਾਂਦਾ ਹੈ। ਸੋ ਡਾਕਟਰ ਸਾਹਿਬ, ਇੱਥੇ ਹੀ ਫਿਰ ਤੋਂ ਬੱਚਿਆਂ ਵੱਲ ਵੀ ਆਵਾਂਗੇ। ਤੁਸੀਂ ਬੱਚੇ ਕੀ ਵੱਡੇ ਵੀ, ਕਈਆਂ ਨੂੰ ਆਦਤ ਹੁੰਦੀ ਹੈ ਅੱਖਾਂ ਨੂੰ ਬਾਰ-ਬਾਰ ਖੁਰਕਣਾ, ਬਾਰ-ਬਾਰ ਉਹ ਖਾਰਿਸ਼ ਕਰਦੇ ਰਹਿੰਦੇ ਨੇ, ਬਾਰ-ਬਾਰ ਉਹ ਅੱਖਾਂ 'ਤੇ ਆਪਣੇ ਦਬਾਅ ਪਾਉਂਦੇ ਰਹਿੰਦੇ ਨੇ, ਜਿਹਦੇ ਕਾਰਨ ਉਹਨਾਂ ਨੂੰ ਕਈ ਇਨਫੈਕਸ਼ਨ ਹੋ ਵੀ ਜਾਂਦੀਆਂ ਨੇ। ਸੋ ਉਹਨਾਂ ਨੂੰ ਕੋਈ ਇੱਦਾਂ ਦੀ ਇਨਫੈਕਸ਼ਨ ਹੁੰਦੀ ਹੈ, ਕੋਈ ਬਿਮਾਰੀ ਹੁੰਦੀ ਹੈ ਜਿਹਦੇ ਕਾਰਨ ਉਹਨਾਂ ਦੀ ਅੱਖਾਂ 'ਚ ਇਰੀਟੇਸ਼ਨ ਹੁੰਦੀ ਹੈ? ਮੇਨ ਅੱਖਾਂ ਨੂੰ ਦੇਖੋ ਖੁਰਕਣ ਦਾ ਕਾਰਨ ਐਲਰਜੀ ਤੇ ਡਰਾਈਨੈਸ ਹੀ ਹੈ। ਦੋਨੋਂ ਇਕੱਠੇ ਹੀ ਚੱਲਦੇ ਹੈ। ਜੇ ਐਲਰਜੀ ਹੈ ਉਹ ਡਰਾਈਨੈਸ ਕਰੇਗੀ, ਜੇ ਡਰਾਈਨੈਸ ਹੈ ਉਹ ਐਲਰਜੀ ਕਰੇਗੀ। ਸੋ ਇਹੀ ਹੈ ਅੱਖਾਂ ਨੂੰ ਖਾਰਿਸ਼ ਕਰਨ ਦਾ ਜਾਂ ਖੁਰਕਣ ਦਾ ਕਾਰਨ ਇਹੀ ਰਹਿੰਦਾ ਹੈ ਜ਼ਿਆਦਾਤਰ ਲੋਕਾਂ ਦੇ ਵਿੱਚ। ਬਟ ਖੁਰਕਣ ਦੇ ਨਾਲ ਉਹੀ ਅੱਖਾਂ ਦੀ ਇਨਫੈਕਸ਼ਨ, ਜਿਵੇਂ ਕਿ ਜਿਹਨੂੰ ਆਪਾਂ ਕੰਜੰਕਟਿਵਾਈਟਿਸ ਕਹਿੰਦੇ ਹੈ, ਜਾਂ ਫਿਰ ਆਈ ਗੁਆਂਢਣੀ ਹੋਣਾ, ਗਿਲਟੀਆਂ ਹੋਣਾ, ਇਹ ਸਭ ਕੁਝ ਜਿਹੜਾ ਹੈ ਅੱਖਾਂ ਨੂੰ ਖੁਰਕਣ ਨਾਲ ਹੋ ਜਾਂਦਾ ਹੈ। ਸੋ ਇਸ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਦੀ ਅੱਖ ਨੂੰ ਕਦੇ ਵੀ ਹੱਥ ਨਹੀਂ ਲਗਾਉਣਾ ਚਾਹੀਦਾ, ਟੱਚ ਨਹੀਂ ਕਰਨਾ ਚਾਹੀਦਾ। ਕਿਉਂਕਿ ਇੱਕ ਵਾਰ ਤੁਸੀਂ ਸ਼ਾਇਦ ਨੋਟ ਕੀਤਾ ਹੋਏ ਕਿ ਜੇ ਤੁਸੀਂ ਅੱਖ 'ਤੇ ਖਾਰਿਸ਼ ਕਰਨੀ ਸ਼ੁਰੂ ਕਰ ਦਿਓ ਤਾਂ ਤੁਸੀਂ ਰੁਕ ਨਹੀਂ ਪਾਉਂਦੇ ਹੋ, ਉਹ ਫਿਰ ਬਾਰ-ਬਾਰ ਤੁਸੀਂ ਕਰਦੇ ਹੋ। ਸੋ ਉਹਦੇ ਨਾਲ ਇਹ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ। ਅੱਛਾ ਡਾਕਟਰ ਸਾਹਿਬ, ਜੇਕਰ ਗੱਲ ਕਰਾਂ, ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਕਿਹਾ ਜਾਂਦਾ ਕਿ ਬੱਚੇ ਨੂੰ ਪਿੱਛੋਂ ਨਹੀਂ ਦੇਖਣਾ, ਉੱਪਰੋਂ ਨਹੀਂ ਦੇਖਣਾ, ਨਹੀਂ ਤਾਂ ਟੀਰ ਮਾਰੇਗਾ ਬੱਚਾ। ਸੋ ਭੈਂਗਾ ਜਿਹਨੂੰ ਕਹਿ ਦਿੰਦੇ। ਸੋ ਇਹ ਵਾਕਈ ਇੱਦਾਂ ਹੁੰਦਾ ਹੈ ਕਿ ਜਦੋਂ ਨਿਊਲੀ ਬੋਰਨ ਬੇਬੀ ਹੁੰਦਾ ਅਤੇ ਜਦੋਂ ਅਸੀਂ ਉਹਨੂੰ ਉੱਪਰੋਂ ਦੇਖਦੇ ਹਾਂ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਇੱਧਰੋਂ ਉੱਧਰੋਂ ਦਿਖਾਉਂਦੇ ਹਾਂ ਤਾਂ ਉਹ ਅੱਖ ਜਿਹੜੀ ਆਪਦੀ ਵਿੰਗੀ ਕਰ ਲੈਂਦਾ? ਨਹੀਂ, ਐਸਾ ਦੇਖੋ ਕੁਛ ਵੀ ਨਹੀਂ ਹੈ। ਬੇਸਿਕਲੀ ਕਈ ਵਾਰ ਕੀ ਹੁੰਦਾ, ਜਿਹੜਾ ਬੱਚਾ ਹੈ ਉਹ ਆਪਦੀ ਨਿਗਾਹ ਜਿਹੜੀ ਆ ਉਹ 3 ਮਹੀਨੇ 'ਤੇ ਟਿਕਾਉਂਦਾ ਹੈ। 3 ਮਹੀਨੇ ਤੱਕ ਉਹਦੀਆਂ ਅੱਖਾਂ ਦੀ ਕੋਈ ਵੀ ਮੂਵਮੈਂਟ ਹੋ ਸਕਦੀ ਹੈ। ਸੋ ਕਈ ਵਾਰ ਆਪਾਂ ਨੂੰ ਉਹ ਮੂਵਮੈਂਟ ਦੇਖ ਕੇ ਲੱਗਦਾ ਸ਼ਾਇਦ ਇਹ ਟੀਰ ਮਾਰ ਰਿਹਾ ਹੈ ਜਾਂ ਕੁਝ ਕਰ ਰਿਹਾ, ਤਾਂ ਉਹਦੇ ਨਾਲ ਇਹ ਬਣਿਆ ਹੋਇਆ ਹੈ। ਸੋ 3 ਮਹੀਨੇ ਤੱਕ ਇਹ ਕਹਿਣਾ ਮੁਸ਼ਕਿਲ ਹੈ ਕਿ ਇਹਨੂੰ ਟੀਰ ਹੈ ਜਾਂ ਨਹੀਂ ਹੈ। ਬਾਕੀ ਐਸਾ ਉੱਪਰੋਂ ਦੇਖਣਾ ਜਾਂ ਕੁਛ ਉਹ ਕੁਛ ਵੀ ਨਹੀਂ ਹੈ ਐਸਾ। ਤੇ ਇਹ ਜਿਹੜਾ ਟੀਰ ਔਰ ਭੈਂਗਾਪਨ ਹੈ, ਕੀ ਇਹ ਪੈਦਾਇਸ਼ੀ ਹੁੰਦਾ ਹੈ ਜਾਂ ਫਿਰ ਬਾਅਦ ਦੇ ਵਿੱਚ ਵੀ ਹੋ ਸਕਦਾ? ਇਹ ਜਿਹੜਾ ਦੋਨੋਂ ਤਰ੍ਹਾਂ ਹੀ ਹੋ ਸਕਦਾ ਹੈ। ਇਹ ਪੈਦਾਇਸ਼ੀ ਵੀ ਹੋ ਸਕਦਾ ਹੈ ਔਰ ਬਾਅਦ ਦੇ ਵਿੱਚ ਵੀ ਹੋ ਸਕਦਾ ਹੈ। ਸੋ ਉਹਦੇ ਲਈ ਜੇ ਪੈਦਾਇਸ਼ੀ ਹੈ ਜਾਂ ਬਾਅਦ ਦੇ ਵਿੱਚ ਵੀ, ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਕਿ ਬੱਚੇ ਨੂੰ ਟੀਰ ਹੈ, ਇੱਕ ਵਾਰੀ ਜ਼ਰੂਰ ਡਾਕਟਰ ਕੋਲ ਜਾ ਕੇ ਦਿਖਾਓ। ਕਿਉਂਕਿ ਇਹਦਾ ਇਲਾਜ ਜਿਹੜਾ ਹੈ, ਚਾਹੇ ਉਹ ਪੈਦਾਇਸ਼ੀ ਹੈ, ਤੁਹਾਨੂੰ ਜਲਦੀ ਵੀ ਪਤਾ ਲੱਗ ਗਿਆ ਹੈ ਤਾਂ ਉਹ ਉਦੋਂ ਹੀ ਸਟਾਰਟ ਕਰ ਦੇਣਾ ਚਾਹੀਦਾ ਹੈ। ਇਹਦਾ ਇਲਾਜ ਸੰਭਵ ਹੈ, ਮਤਲਬ ਕਿ ਅੱਖਾਂ ਜਿਹੜੀਆਂ ਉਹ ਸਿੱਧੀਆਂ ਹੋ ਸਕਦੀਆਂ? ਬਿਲਕੁਲ ਆਲਮੋਸਟ ਮੈਂ ਕਹੂੰਗੀ 100% ਕੇਸਿਸ ਦੇ ਵਿੱਚ ਟੀਰ ਨੂੰ ਠੀਕ ਕੀਤਾ ਜਾ ਸਕਦਾ ਹੈ। ਔਰ ਇਹਦਾ ਇਲਾਜ ਜਿਹੜਾ ਹੈ, ਜਾਂ ਤਾਂ ਉਹਦੇ ਵਿੱਚ ਆਪਾਂ ਪਹਿਲਾਂ ਨੰਬਰ ਚੈੱਕ ਕਰਕੇ ਐਨਕ ਲਗਾਉਂਦੇ ਹੈ। ਜਿੰਨਾ ਕਈ ਟੀਰ ਐਸੇ ਹੁੰਦੇ ਆ ਜਿਹੜੇ ਐਨਕ ਲਗਾਉਣ ਨਾਲ ਠੀਕ ਹੋ ਜਾਂਦੇ ਹੈ। ਬਾਕੀ ਕਈ ਹੁੰਦੇ ਆ ਜਿਨ੍ਹਾਂ ਨੂੰ ਆਪਰੇਸ਼ਨ ਨਾਲ ਕਰਨਾ ਪੈਂਦਾ ਹੈ, ਜਾਂ ਫਿਰ ਕਈ ਐਸੇ ਹੁੰਦੇ ਜਿਨ੍ਹਾਂ ਨੂੰ ਟੋਟਲੀ ਆਪਰੇਸ਼ਨ ਨਾਲ ਕਰਨਾ ਪੈਂਦਾ ਹੈ। ਸੋ ਹਰ ਤਰ੍ਹਾਂ ਦਾ ਡਾਕਟਰ ਇੱਕ ਜੱਜ ਕਰਕੇ ਕਿ ਕਿਸ ਤਰ੍ਹਾਂ ਦਾ ਟੀਰ ਹੈਗਾ ਹੈ, ਉਸ ਹਿਸਾਬ ਨਾਲ ਜਿਹੜਾ ਹੈ ਇਲਾਜ ਕਰੇਗਾ। ਅੱਛਾ ਡਾਕਟਰ ਸਾਹਿਬ, ਸੁਰਮੇ 'ਤੇ ਵੀ ਆ ਜਾਂਦੇ ਹਾਂ ਅਸੀਂ। ਆਪਣੀਆਂ ਅੱਖਾਂ ਨੂੰ ਸੋਹਣਾ ਦਿਖਾਉਣ ਦੇ ਲਈ ਸੁਰਮਾ ਜਿਹੜਾ ਪਾਉਂਦੇ, ਸੋ ਇਹੀ ਚੀਜ਼ਾਂ ਅਸੀਂ ਬੱਚਿਆਂ ਲਈ ਵੀ ਕਰਦੇ ਹਾਂ। ਸੋ ਕਈਆਂ ਦੇ ਅੰਦਰ ਵਹਿਮ ਹੁੰਦਾ ਕਿ ਬੱਚੇ ਦੇ ਸੁਰਮਾ ਪਾਵਾਂਗੇ ਤਾਂ ਅੱਖਾਂ ਵੱਡੀਆਂ ਹੋ ਜਾਂਦੀਆਂ ਨੇ, ਪਰ ਡਾਕਟਰ ਮਨਾ ਕਰਦੇ ਨੇ ਬੱਚੇ ਦੇ ਸੁਰਮਾ ਪਾਉਣ ਨੂੰ। ਇਸ ਬਾਰੇ ਵੀ ਜ਼ਰੂਰ ਦੱਸੋ। ਦੇਖੋ, ਜਿਹੜਾ ਸੁਰਮਾ ਹੈ ਬੇਸਿਕਲੀ ਉਹ ਇੱਕ ਪਾਊਡਰ ਹੈ,
ਠੀਕ ਹੈ, ਪਾਊਡਰ ਬੱਚੇ ਦੀਆਂ ਅੱਖਾਂ ਦੇ ਅੰਦਰ ਜਾ ਰਿਹਾ ਹੈ, ਕਿਸ ਤਰ੍ਹਾਂ ਦੀ ਡੈਮੇਜ ਕਰ ਰਿਹਾ ਹੈ, ਤੁਹਾਨੂੰ ਨਹੀਂ ਤੁਸੀਂ ਪਤਾ ਕਰ ਸਕਦੇ। ਦੂਸਰਾ ਇਹ ਮੰਨਣਾ ਕਿ ਸੁਰਮਾ ਪਾਉਣ ਨਾਲ ਅੱਖਾਂ ਵੱਡੀਆਂ ਹੋ ਜਾਣਗੀਆਂ, ਇਹ ਬਿਲਕੁਲ ਇੱਕ ਗਲਤ ਧਾਰਨਾ ਹੈਗੀ ਹੈ। ਇਹਨੂੰ ਬਿਲਕੁਲ ਵੀ ਜਿਹੜਾ ਹੈ ਕੋਈ ਵੀ ਸਾਇੰਸ ਇਹਨੂੰ ਸਪੋਰਟ ਨਹੀਂ ਕਰਦੀ ਹੈ ਕਿ ਜੇ ਤੁਸੀਂ ਸੁਰਮਾ ਪਾਓਗੇ ਤਾਂ ਅੱਖਾਂ ਵੱਡੀਆਂ ਹੋ ਜਾਣਗੀਆਂ। ਸੋ ਇੱਕ ਜਿਹੜਾ ਯੂਜ਼ ਜਿਹਦੇ ਲਈ ਆਪਾਂ ਪਾਉਂਦੇ ਹੈ ਉਹਦੇ ਬਾਰੇ ਤਾਂ ਆਪਾਂ ਨੂੰ ਸ਼ੋਰਿਟੀ ਨਹੀਂ ਹੈ, ਬਟ ਉਹਨੂੰ ਪਾਉਣ ਦੇ ਚੱਕਰ 'ਚ ਆਪਾਂ ਡੈਮੇਜ ਜ਼ਰੂਰ ਕਰ ਸਕਦੇ ਹਾਂ। ਦੇਖੋ ਕੋਈ ਵੀ ਪਾਰਟੀਕਲ ਸੁਰਮੇ ਦਾ ਅੱਖ ਦੇ ਅੰਦਰ ਚਲਾ ਜਾਏ ਤਾਂ ਅੱਖ ਨੂੰ ਡੈਮੇਜ ਕਰ ਸਕਦਾ ਹੈ। ਸੋ ਇਸ ਚੀਜ਼ ਨੂੰ ਬਿਲਕੁਲ ਅਵੋਇਡ ਕਰਨਾ ਚਾਹੀਦਾ ਹੈ, ਕਿਉਂਕਿ ਬੱਚੇ ਦੀਆਂ ਅੱਖਾਂ ਆਲ ਦਾ ਮੋਰ ਜ਼ਿਆਦਾ ਸੈਂਸਿਟਿਵ ਹੁੰਦੀਆਂ ਹੈ। ਅੱਛਾ ਡਾਕਟਰ ਸਾਹਿਬ, ਬੱਚੇ ਤੇ ਇਹ ਤਾਂ ਬੱਚਿਆਂ ਦੀ ਗੱਲ ਹੋਈ, ਪਰ ਹੁਣ ਆਪਾਂ ਬੱਚੇ ਤੋਂ ਲੈ ਕੇ ਵੱਡਿਆਂ ਤੱਕ, ਬਜ਼ੁਰਗਾਂ ਤੱਕ ਆ ਜਾਂਦੇ ਹਾਂ। ਸੋ ਅੱਖਾਂ ਦਾ ਖਾਸ ਧਿਆਨ ਰੱਖਣ ਦੇ ਲਈ ਕਈ ਵਾਰੀ ਆਪਾਂ ਡਾਈਟ ਵੀ ਉਹਨਾਂ ਨੂੰ ਦੱਸਦੇ ਹਾਂ ਕਿ ਕਿਹੜੀ ਡਾਈਟ ਲੈਣੀ ਚਾਹੀਦੀ ਹੈ। ਸੋ ਅੱਖਾਂ ਦਾ ਖਾਸ ਧਿਆਨ ਕਿਵੇਂ ਰੱਖਿਆ ਜਾ ਸਕਦਾ ਔਰ ਕਿਹੜੀ ਡਾਈਟ ਜਿਹੜੀ ਹੈ ਫੋਲੋ ਕੀਤੀ ਜਾ ਸਕਦੀ ਹੈ? ਦੇਖੋ ਅੱਖਾਂ ਦੇ ਲਈ ਜਿਹੜਾ ਹੈ ਫਰੂਟਸ, ਗ੍ਰੀਨ ਵੈਜੀਟੇਬਲਸ, ਫਰੂਟਸ ਦੇ ਵਿੱਚ ਮੈਂ ਕਹੂੰਗੀ ਕਿ ਜਿੰਨੇ ਵੀ ਕਲਰ ਦੇ ਤੁਸੀਂ ਫਰੂਟਸ ਖਾਓਗੇ, ਜਿਵੇਂ ਸ਼ੁਰੂ 'ਚ ਤੁਸੀਂ ਦੱਸਿਆ ਕਿ ਰੰਗ ਬਿਰੰਗੀ ਦੁਨੀਆ ਆਪਾਂ ਅੱਖਾਂ ਨਾਲ ਦੇਖਦੇ ਹੈ, ਸੋ ਜਿੰਨੇ ਰੰਗ ਤੁਸੀਂ ਖਾਓਗੇ ਉਨੇ ਵਧੀਆ ਰੰਗ ਤੁਹਾਨੂੰ ਦਿਸਣਗੇ। ਸੋ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਵੀ ਜਿਹੜਾ ਹੈਗਾ ਹੈ ਫਰੂਟਸ ਆਪਦੀ ਡਾਈਟ 'ਚ ਜ਼ਰੂਰ ਲੈਣੇ ਚਾਹੀਦੇ ਹੈ, ਔਰ ਗ੍ਰੀਨ ਵੈਜੀਟੇਬਲਸ ਤੁਸੀਂ ਸੁਣਿਆ ਹੋਣਾ ਉਹ ਜ਼ਰੂਰ ਖਾਣੀਆਂ ਚਾਹੀਦੀਆਂ ਹੈ। ਕੀਵੀਜ਼, ਐਪਲਸ, ਮੈਂਗੋਜ਼, ਪਪੀਤਾ, ਇਹ ਕੁਝ ਫਰੂਟਸ ਹੈ ਜਿਹੜੇ ਪਰਟੀਕੁਲਰਲੀ ਅੱਖਾਂ ਲਈ ਬਹੁਤ ਅੱਛੇ ਹੈ। ਦੂਸਰਾ ਬਦਾਮ ਹੋ ਗਿਆ, ਦੁੱਧ, ਦਹੀਂ, ਇਹ ਸਭ ਕੁਝ ਅੱਖਾਂ ਲਈ ਬਹੁਤ ਅੱਛਾ ਮੰਨਿਆ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਕਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਦੇਖਣ ਤੋਂ ਬਾਅਦ ਸਾਨੂੰ ਤੁਰੰਤ ਜਿਹੜਾ ਹੈ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਅੱਖਾਂ ਦੇ? ਅੱਖ ਜੇ ਤੁਹਾਡੀ ਲਾਲ ਹੋ ਰਹੀ ਹੈ, ਤੁਹਾਨੂੰ ਕੋਈ ਨਿਗਾਹ ਦੀ ਦਿੱਕਤ ਆ ਰਹੀ ਹੈ, ਕੁਝ ਦੇਖਣ 'ਚ ਪ੍ਰੋਬਲਮ ਆ ਰਹੀ ਹੈ, ਅੱਖ 'ਚੋਂ ਪਾਣੀ ਆ ਰਿਹਾ ਹੈ, ਜਾਂ ਕੋਈ ਤੁਹਾਨੂੰ ਅੱਖ 'ਤੇ ਗਿਲਟੀ ਲੱਗ ਰਹੀ ਹੈ, ਤੇ ਇਸ ਕੇਸ ਦੇ ਵਿੱਚ ਤੁਹਾਨੂੰ ਕਿਸੇ ਵੀ ਆਮ ਡਾਕਟਰ ਕੋਲ ਨਾ ਜਾ ਕੇ ਇੱਕ ਆਈ ਸਪੈਸ਼ਲਿਸਟ ਕੋਲ ਹੀ ਜਾਣਾ ਚਾਹੀਦਾ ਹੈ। ਅੱਛਾ ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਸਵਾਲ ਹੋਰ ਕਿ ਜਦੋਂ ਅਸੀਂ ਗੈਜਟ ਚਲਾਉਂਦੇ ਹਾਂ ਨਾ, ਤਾਂ ਗੈਜਟ ਸਾਡੀਆਂ ਅੱਖਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ, ਚਾਹੇ ਉਹਦੀ ਬ੍ਰਾਈਟਨੈਸ ਘੱਟ ਕਰ ਲਈਏ ਚਾਹੇ ਜ਼ਿਆਦਾ ਕਰ ਲਈਏ। ਸੋ ਜਿੱਦਾਂ ਤੁਸੀਂ ਕਿਹਾ ਕਿ 20-20-20 ਜਿਹੜਾ ਫਾਰਮੂਲਾ ਅਪਣਾਉਣਾ ਚਾਹੀਦਾ। ਸੋ ਗੈਜਟਸ ਦੇ ਇਸਤੇਮਾਲ ਦੇ ਵਿੱਚ ਇਸ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ? ਜਿੱਦਾਂ ਮੈਂ ਬ੍ਰਾਈਟਨੈਸ ਦੀ ਗੱਲ ਕੀਤੀ ਹੈ, ਉਸ ਤੋਂ ਇਲਾਵਾ ਕਿਹੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ? ਮੇਨ ਤਾਂ ਦੇਖੋ ਇਹੀ ਹੈ, ਜੁਡੀਸ਼ੀਅਲ ਯੂਜ਼, ਠੀਕ ਹੈ। ਬਹੁਤ ਜ਼ਿਆਦਾ ਬਿਨਾਂ ਅੱਜ ਕੱਲ੍ਹ ਆਪਾਂ ਦੇਖਿਆ ਹੈ ਕਿ ਬਿਨਾਂ ਕੰਮ ਤੋਂ ਲੋਕ ਮੋਬਾਈਲ ਦੇ ਨਾਲ ਹੁਕਡ ਰਹਿੰਦੇ ਹੈ ਕਿ ਦੇਖੀ ਜਾਣਾ। ਸੋ ਮੇਨ ਇਜ਼ ਜੁਡੀਸ਼ੀਅਲ ਯੂਜ਼ ਉਹਦਾ ਕਰੋ, ਜਿੰਨਾ ਜ਼ਰੂਰਤ ਹੈ ਉਨਾ ਹੀ ਕਰੋ। ਹਾਂ, ਜੇ ਤੁਹਾਡਾ ਵਰਕ ਰਿਕੁਆਇਰਮੈਂਟ ਐਸਾ ਹੈ ਕਿ ਤੁਹਾਨੂੰ ਉਹਦੀ ਵਰਤੋਂ ਕਰਨੀ ਪੈਣੀ ਹੈ, ਤਾਂ ਉਹਦੇ ਲਈ ਸਪੈਸ਼ਲ ਗਲਾਸਿਸ ਆਉਂਦੇ ਹੈ ਜਿਨ੍ਹਾਂ ਉੱਪਰ ਐਂਟੀ ਰਿਫਲੈਕਟਿਵ ਕੋਟਿੰਗ ਹੁੰਦੀ ਹੈ, ਜਾਂ ਫਿਰ ਜਿਹੜੀ ਬਲੂ ਲਾਈਟ ਹੈ, ਜਿਹੜੀ ਹਾਰਮਫੁਲ ਲਾਈਟ ਹੈ ਮੋਬਾਈਲਸ 'ਚੋਂ ਜਾਂ ਇਹਦੇ 'ਚੋਂ ਗੈਜਟਸ 'ਚੋਂ ਆਉਂਦੀ ਹੈ, ਉਹਨੂੰ ਉਹ ਕੱਟ ਕਰ ਦਿੰਦੇ ਹੈ। ਸੋ ਉਸ ਕੇਸ ਤੁਸੀਂ ਉਹ ਵੀ ਲਗਾ ਸਕਦੇ ਹੋ, ਉਹ ਵੀ ਹੈਲਪਫੁਲ ਰਹਿੰਦੇ ਹੈ। ਸਾਨੂੰ ਯੂਜ਼ ਕਰ ਲੈਣੇ ਚਾਹੀਦੇ ਆ, ਠੀਕ ਹੈ। ਉਹਦੇ ਨਾਲ ਐਟਲੀਸਟ ਜਿਹੜਾ ਹਾਰਮਫੁਲ ਇਫੈਕਟ ਹੈ, ਜਿਵੇਂ ਗਲੇਅਰ ਆ ਰਹੀ ਹੈ ਸਕਰੀਨ ਤੋਂ, ਜਾਂ ਫਿਰ ਉਹ ਬਲੂ ਲਾਈਟ ਆ ਰਹੀ ਹੈ, ਕਿਉਂਕਿ ਜਿਹੜੀ ਬਲੂ ਲਾਈਟ ਹੈ ਮੇਨ ਉਹੀ ਡੈਮੇਜਿੰਗ ਹੁੰਦੀ ਹੈ ਅੱਖਾਂ ਨੂੰ। ਸੋ ਉਹ ਜਿਹੜੀ ਹੈ ਉਹਨੂੰ ਕੱਟ ਕਰ ਦਿੰਦੀ ਹੈ, ਫਿਲਟਰ ਕਰ ਦਿੰਦੀ ਹੈ, ਅਤੇ ਅੱਖਾਂ ਜਿਹੜੀਆਂ ਹੈ ਥੋੜ੍ਹੀਆਂ ਬੈਟਰ ਫੀਲ ਕਰਦੀਆਂ। ਸੋ ਇਹ ਆਪਾਂ ਜਾਣਕਾਰੀ ਹਾਸਿਲ ਕੀਤੀ ਡਾਕਟਰ ਜਸ਼ੀ ਬੰਸਲ ਹੋਣਾ ਤੋਂ, ਜਿਨ੍ਹਾਂ ਨੇ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਕਿ ਅਸੀਂ ਅੱਖਾਂ ਦਾ ਖਾਸ ਧਿਆਨ ਕਿਵੇਂ ਰੱਖ ਸਕਦੇ ਹਾਂ ਔਰ ਕਦੋਂ ਸਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੰਨੀ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਥੈਂਕ ਯੂ ਅਮਨ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ ਕਿ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਇਹ ਸਾਰੀ ਜਾਣਕਾਰੀ ਜਿਹੜੀ ਹੈ ਮੈਂ ਦਰਸ਼ਕਾਂ ਨਾਲ ਸਾਂਝੀ ਕੀਤੀ। ਥੈਂਕ ਯੂ। ਸੋ ਤੁਸੀਂ ਜਾਣਿਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਹਾਸਿਲ ਕਰਕੇ ਕੁਝ ਜਿਹੜਾ ਹੈ ਜ਼ਰੂਰ ਤੁਹਾਨੂੰ ਜਿਹੜੀ ਜਾਣਕਾਰੀ ਹੋਰ ਪ੍ਰਾਪਤ ਹੋਈ ਹੋਵੇਗੀ ਔਰ ਤੁਸੀਂ ਆਪਣੀ ਜਿਹੜਾ ਅੱਖਾਂ ਦਾ ਧਿਆਨ ਨਹੀਂ ਰੱਖਦੇ ਔਰ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਆਪਣੀ ਅੱਖਾਂ ਦਾ ਧਿਆਨ ਵੀ ਜ਼ਰੂਰ ਰੱਖੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਇਜਾਜ਼ਤ ਲੈਂਦੇ ਹਾਂ। ਕੈਮਰਾਮੈਨ ਰਵਿੰਦਰ ਦੇ ਨਾਲ ਮੈਂ ਅਮਨਦੀਪ, TV ਪੰਜਾਬ।